दीन दर्द निवार ठाकुर, राखै जन की आप। तरन तारण हर निध, दुख न सकै व्याप। हा हा प्रभ राख लिहो, हम ते किछु न होए मेरे स्वामी। कर कृपा अपना नाम देहो। हम ते कछु न होए मेरे स्वामी, कर कृपा अपना नाम देहो। चवर तखत छत्र दे मालक, जुगो जुग अटल गुर तगदी उपर सभाईमान। दसां पातशाहियां दी जगदी जोत, पूरे सतगुरु शब्दावतार। धन 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 साहिब श्री गुरु ग्रंथ साहिब जी महाराज सच्चे पातशाह जी। तिन्हां दी हजूरी विच सभाईमान गुरु रूप, गुरु प्यारी, गुरु सवारी, गुरु खालसा साध संगत जीओ। आओ जी, सतगुरु जी की महान कृपा पार बख्शिश रहमत होई है। ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗੀ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਸੀਸ ਨਵਾ ਕੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਫਰਮਾਨ ਹੈ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਮੇਘਾਂ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ। ਸਤਿਗੁਰੂ ਜੀ ਕਹਿੰਦੇ ਬਬੀਹਾ ਜਿਹੜਾ ਹੈ ਸਵੰਤੀ ਬੂੰਦ ਦਾ ਪਿਆਸਾ ਹੁੰਦਾ ਹੈ। ਸਵੰਤੀ ਬੂੰਦ ਉਹਦੇ ਸਿਰ ਵਿੱਚ ਇੱਕ ਬਰਖਾ ਦੀ ਬੂੰਦ ਪੈਂਦੀ ਹੈ, ਤੇ ਜਦੋਂ ਉਹਦੇ ਸਿਰ ਵਿੱਚ ਬਰਖਾ ਦੀ ਬੂੰਦ ਪੈਂਦੀ ਹੈ ਤੇ ਉਹਦੀ ਜਨਮਾਂ ਜਨਮਾਂ ਦੀ ਜਿਹੜੀ ਉਹਦੀ ਪਿਆਸਾ ਲੱਗੀ ਹੋਈ ਉਹਦੇ ਤਨ ਨੂੰ ਉਹ ਬੁੱਝ ਜਾਂਦੀ ਹੈ। ਕਿਉਂਕਿ ਬਬੀਹਾ ਕਿਸੇ ਨਦੀ ਤੋਂ, ਕਿਸੇ ਨਹਿਰ ਤੋਂ, ਕਿਸੇ ਵੀ ਸਮੁੰਦਰ ਤੋਂ, ਕਿਸੇ ਤੋਂ ਜਿਹੜਾ ਵਗਦਾ ਪਾਣੀ ਉੱਥੋਂ ਪਾਣੀ ਨਹੀਂ ਪੀ ਸਕਦਾ। ਬਬੀਹੇ ਦੀ ਪਿਆਸ ਜਿਹੜੀ ਆ ਉਹ ਮੀਂਹ ਨਾਲ ਹੀ ਬੁੱਝਦੀ ਹੈ। ਇਸੇ ਤਰ੍ਹਾਂ ਉਹਦੇ ਸਿਰ ਵਿੱਚ ਇੱਕ ਸੁਰਾਖ ਹੁੰਦਾ, ਮੋਰੀ ਹੁੰਦੀ ਹੈ। ਜਦੋਂ ਉਹਦੇ ਸਿਰ ਵਿੱਚ ਉਹ ਬੂੰਦ ਪੈਂਦੀ ਹੈ ਮੀਂਹ ਦੀ, ਬਰਖਾ ਦਾ ਪਾਣੀ ਪੈਂਦਾ, ਉਹਦੀ ਪਿਆਸ ਬੁੱਝਦੀ ਹੈ। ਪਰ ਇਹ ਬੇਰੁੱਤਾ ਬੋਲਦਾ ਸੀ, ਭਟਕਦਾ ਫਿਰਦਾ ਸੀ ਦਰਾਂ ਦਰਾਂ 'ਤੇ, ਪਰ ਇਹਦੀ ਪੁਕਾਰ ਨਹੀਂ ਸੀ ਪਹੁੰਚ ਰਹੀ। ਪਰ ਜਦੋਂ ਇਹ ਅੰਮ੍ਰਿਤ ਵੇਲੇ ਬੋਲਿਆ, ਅੰਮ੍ਰਿਤ ਵੇਲੇ ਪਰਮਾਤਮਾ ਨੂੰ ਪੁਕਾਰਾਂ ਕੀਤੀਆਂ, ਆਵਾਜ਼ਾਂ ਮਾਰੀਆਂ, ਸਤਿਗੁਰੂ ਜੀ ਕਹਿੰਦੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਉਹਦੀ ਪੁਕਾਰ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਗਈ, ਸੁਣ ਲਈ ਪਰਮਾਤਮਾ ਨੇ। ਤੇ ਸਤਿਗੁਰੂ ਜੀ ਕਹਿੰਦੇ ਮੇਘਿਆਂ ਨੂੰ ਫਰਮਾਨ ਹੋਆ। ਫਿਰ ਪਰਮਾਤਮਾ ਨੇ ਮੀਂਹ ਨੂੰ ਫਰਮਾਨ ਕੀਤਾ ਕਿ ਵਰਸੋ ਕਿਰਪਾ ਧਾਰ। ਇੰਨੀ ਕਿਰਪਾ ਧਾਰ ਕੇ ਵਰਸ ਕਿ ਜਿਹੜੀ ਬਬੀਹੇ ਨੂੰ ਜਨਮਾਂ ਜਨਮਾਂ ਦੀ ਪਿਆਸ ਲੱਗੀ ਹੋਈ ਹੈ ਬੁੱਝ ਜਾਵੇ। ਤੇ ਸਤਿਗੁਰੂ ਜੀ ਕਹਿੰਦੇ ਬਬੀਹਾ ਬੋਲਿਆ ਕਦੋਂ? ਅੰਮ੍ਰਿਤ ਵੇਲੇ। ਤੇ ਇੱਕ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ ਹੈ ਜਦੋਂ ਅਸੀਂ ਪਰਮਾਤਮਾ ਦੇ ਦਰ 'ਤੇ ਆਪਣੀ ਪੁਕਾਰ ਪਹੁੰਚਾ ਸਕਦੇ ਹਾਂ। ਜੇ ਇੱਕ ਜਾਨਵਰ ਦੀ ਪੁਕਾਰ ਪਰਮਾਤਮਾ ਦੇ ਦਰ 'ਤੇ ਪਹੁੰਚ ਸਕਦੀ ਤੇ ਬੰਦਿਆ ਤੂੰ ਤਾਂ ਫਿਰ ਵੀ ਇਨਸਾਨ ਹੈ, ਬੰਦਾ ਹੈ, ਤੈਨੂੰ ਤਾਂ ਬੋਲਣ ਦਾ ਵੀ ਢੰਗ ਹੈ, ਤੈਨੂੰ ਤਾਂ ਪਰਮਾਤਮਾ ਦਾ ਨਾਮ ਜਪਣ ਦਾ ਵੀ ਪਤਾ ਹੈ, ਵਾਹਿਗੁਰੂ ਕਹਿਣ ਦਾ ਵੀ ਪਤਾ ਹੈ। ਤੇ ਸਤਿਗੁਰੂ ਜੀ ਕਹਿੰਦੇ ਤੇਰੀ ਉਹ ਪੁਕਾਰ ਕਿਉਂ ਨਾ ਸੁਣੂ? ਫਿਰ ਤੂੰ ਅੰਮ੍ਰਿਤ ਵੇਲੇ ਉੱਠ। ਜੇ ਤੇਰੀ ਕੋਈ ਪੁਕਾਰ ਹੈ, ਸਭ ਦੀ ਪੁਕਾਰ ਹੈ, ਇੱਛਾ ਕਿਹਦੀ ਨਹੀਂ? ਸਭ ਦੀ ਕੋਈ ਨਾ ਕੋਈ ਇੱਛਾ ਹੈ, ਭਾਵਨਾ ਹੈ, ਮਨੋਰਥ ਹੈ, ਮੰਗ ਹੈ, ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਇੱਛਾ ਜ਼ਰੂਰ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਪੂਰਾ ਕਰਨ ਵਾਸਤੇ ਅੰਮ੍ਰਿਤ ਵੇਲੇ ਉੱਠਿਆ ਕਰ। ਕਿਉਂਕਿ ਗੁਰੂ ਨਾਨਕ ਦਾ ਜਿਹੜਾ ਸਕੂਲ ਹੈ 3 ਤੋਂ 6 ਵਜੇ ਤੱਕ ਲੱਗਦਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਸਕੂਲ ਵਿੱਚ ਹਾਜ਼ਰੀ ਲਵਾਉਂਦਾ ਹੈ ਉਹਦੀ ਹਾਜ਼ਰੀ ਦਰਗਾਹ ਵਿੱਚ, ਸੱਚਖੰਡ ਵਿੱਚ, ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੁੰਦੀ ਹੈ।
ਪਰ ਮਾਫ਼ ਕਰਨਾ, ਅੱਜ ਦਾ ਸਿੱਖ ਕਹਿੰਦਾ ਜੀ ਮੈਂ ਤਾਂ 10 ਵਜੇ ਉੱਠ ਕੇ ਅੰਮ੍ਰਿਤ ਵੇਲਾ ਸਾਂਭਣਾ, ਮੈਂ ਤਾਂ 9 ਵਜੇ ਉੱਠ ਕੇ ਅੰਮ੍ਰਿਤ ਵੇਲਾ ਸਾਂਭਣਾ। ਜਦੋਂ ਮਰਜ਼ੀ ਪੜ੍ਹ ਲਓ ਬਾਣੀ, ਜਦੋਂ ਮਰਜ਼ੀ ਜਪ ਲਓ ਨਾਮ। ਸਤਿਗੁਰੂ ਜੀ ਕਹਿੰਦੇ ਤੈਨੂੰ ਗੁਰਸਿੱਖਾ ਅੰਮ੍ਰਿਤ ਵੇਲਾ ਐਡਾ ਸੋਹਣਾ, ਅੰਮ੍ਰਿਤ ਦਾ ਵੇਲਾ, ਸਵੇਰ ਦਾ ਵੇਲਾ। ਗੁਰ ਸਤਿਗੁਰ ਕਾ ਜੋ ਸਿੱਖ ਖਾਵੇ ਸੋ ਭਲਕੇ ਉਠਰ ਨਾਮ ਤੇ ਆਏ। ਸਤਿਗੁਰੂ ਜੀ ਕਹਿੰਦੇ ਸਤਿਗੁਰ ਪਰਮੇਸ਼ਰ ਪਰਮਾਤਮਾ ਦਾ ਜਿਹੜਾ ਸਿੱਖ ਹੈ, ਉਹਦਾ ਪਿਆਰਾ ਹੈ, ਉਹ ਅੰਮ੍ਰਿਤ ਵੇਲੇ ਉੱਠੇ ਭਲਕੇ। ਭਲਕਾ ਸਵੇਰ ਨੂੰ ਕਹਿੰਦੇ, ਵੈਸੇ ਭਲਕਾ ਵਿਦਵਾਨਾਂ ਦਾ ਕਥਨ ਹੈ, ਕਹਿੰਦੇ 12:01 ਨੂੰ ਭਲਕਾ ਕਹਿੰਦੇ ਆ। 12:01 ਹੋ ਗਿਆ, ਭਲਕਾ ਹੋ ਜਾਂਦਾ ਹੈ, ਅੰਮ੍ਰਿਤ ਵੇਲਾ ਹੋ ਜਾਂਦਾ ਹੈ, ਦਿਨ ਚੜ੍ਹ ਜਾਂਦਾ ਹੈ, ਦੂਸਰਾ ਦਿਨ ਸ਼ੁਰੂ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਭਲਕੇ ਉੱਠ ਕੇ ਨਾਮ ਧਿਆਇਆ ਕਰ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਨਾਮ ਜਪ ਪਰਮਾਤਮਾ ਦਾ, ਜਿਹੜਾ ਤੂੰ ਲਾਹਾ ਲੈਣ ਸੰਸਾਰ ਤੇ ਆਇਆ ਹੈ। ਅਜਾਈ ਨਾ ਗਵਾ ਲੋਕਾਂ ਦੀਆਂ ਗੱਲਾਂ ਬਾਤਾਂ ਵਿੱਚ ਆ ਕੇ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦਾ ਸਿਮਰਨ ਕਰ ਲੈ, ਉਹ ਵਾਹਿਗੁਰੂ ਨਾਲ ਜੁੜ ਜਾ। ਜੇ ਜੁੜ ਜਾਏਗਾ ਇਸ ਸਰੀਰ ਵਿੱਚ ਰਹਿੰਦੇ ਤੇ ਤੇਰਾ ਭਲਾ ਹੈ, ਜੇ ਨਾ ਜੁੜਿਆ ਤੇ ਫਿਰ ਭਟਕਦਾ ਫਿਰੇਗਾ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ। ਲੱਖ ਨਾਗਾਂ ਕਰੋੜ ਕਾਗਾਂ। ਸਤਿਗੁਰੂ ਜੀ ਕਹਿੰਦੇ ਇੰਨੀ ਨਹੀਂ ਉਮਰ ਹੈ, ਲੱਖਾਂ ਸਾਲ ਉਮਰ ਸੱਪ ਦੀ ਮੰਨੀ ਹੈ, ਲੱਖਾਂ ਕਰੋੜਾਂ ਸਾਲ ਉਮਰ ਕਾਂ ਦੀ ਮੰਨੀ ਗੁਰਬਾਣੀ ਨੇ। ਫਿਰ ਭਟਕਦਾ ਨਹੀਂ, ਕਾਂ ਕਾਂ ਕਰਦਾ ਫਿਰੀ, ਸੱਪ ਵਾਂਗੂ ਢਿੱਡ ਰਗੜਦਾ ਫਿਰੀ ਧਰਤੀ ਤੇ ਜ਼ਮੀਨ ਤੇ ਲੱਖਾਂ ਸਾਲ। ਕਿਉਂਕਿ ਜਦੋਂ ਆ ਮਨੁੱਖਾ ਜਾਮਾ ਹੱਥੋਂ ਨਿਕਲ ਗਿਆ ਫਿਰ ਦੁਬਾਰਾ ਨਹੀਂ ਮਿਲਣਾ। ਹੋਣੀ ਹੈ ਜਿਹੜੀ ਤੇਰੀ ਰਸਨਾ ਵਾਹਿਗੁਰੂ ਕਹਿ ਸਕਦੀ ਹੈ, ਹੋਣੀ ਹੈ ਤੂੰ ਅੰਮ੍ਰਿਤ ਵੇਲਾ ਸੰਭਾਲ ਸਕਦਾ ਹੈ, ਨਹੀਂ ਤੇ ਫਿਰ ਜਦੋਂ ਹੱਥੋਂ ਸਮਾਂ ਨਿਕਲ ਗਿਆ ਫਿਰ ਸਮਾਂ ਨਹੀਂ ਮਿਲਣਾ। ਇਹ ਤੇਰੀ ਅਵਸਰ, ਇਹ ਤੇਰੀ ਵਾਰ, ਇਹ ਤੇਰੀ ਵਾਰੀ ਹੈ। ਸਤਿਗੁਰੂ ਜੀ ਬਾਣੀ ਅੰਦਰ ਕਹਿੰਦੇ 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ, ਜਾਏ ਦੁੱਖ ਪਾਏਂਦਾ। ਇਹ ਪੌੜੀ ਜਦੋਂ ਹੱਥੋਂ ਨਿਕਲ ਗਈ, ਛੁੱਟ ਗਈ, ਫਿਰ ਆਉਂਦਾ ਜਾਉਂਦਾ ਰਵੇਂਗਾ ਸੰਸਾਰ ਤੇ ਦੁਖੀ ਬੜਾ ਰਵੇਂਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੁਣ ਤੇਰੇ ਕੋਲ ਸਮਾਂ ਹੈ, ਹੁਣ ਅੰਮ੍ਰਿਤ ਵੇਲਾ ਸੰਭਾਲਿਆ ਕਰੋ, ਉਹਦਾ ਨਾਮ ਜਪਿਆ ਕਰੋ, ਉਹਦੀ ਯਾਦ ਵਿੱਚ ਸਿਮਰਨ ਵਿੱਚ ਜੁੜਿਆ ਕਰ, ਤਾਂ ਕਿ ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਪਰਮੇਸ਼ਰ ਪਰਮਾਤਮਾ ਤੇਰੇ ਤੇ ਵੀ ਦਇਆ ਕਰੇ, ਤੇਰੇ ਤੇ ਵੀ ਤਰਸ ਕਰੇ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹਨੂੰ ਪੁਕਾਰਾਂ ਕਰੇਗਾ। ਵੈਸੇ ਅਸੀਂ ਪਰਮਾਤਮਾ ਦਾ ਨਾਮ ਉਦੋਂ ਜਪਦੇ ਹਾਂ ਜਦੋਂ ਸਾਨੂੰ ਕੋਈ ਦਾਤ ਚਾਹੀਦੀ ਹੁੰਦੀ ਹੈ, ਕੋਈ ਦਾਤ ਮਿਲੀ ਤੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਜਿੰਨਾ ਚਿਰ ਉਹ ਦਾਤ ਨਹੀਂ ਮਿਲਦੀ ਉਹਨਾਂ ਚਿਰ ਬੜਾ ਜਪਦੇ ਹਾਂ, ਬੜਾ ਧਿਆਉਂਦੇ ਹਾਂ ਨਾਮ। ਜਦੋਂ ਉਹ ਦਾਤ ਪ੍ਰਾਪਤ ਹੋ ਜਾਂਦੀ ਫਿਰ ਪਰਮਾਤਮਾ ਨੂੰ ਕਹਿੰਦੇ ਆ ਤੂੰ ਕੌਣ ਹੈ। ਫਿਰ ਰੱਬ ਨੂੰ ਉਲਟੇ ਨਾਮ ਲੈ ਕੇ ਉਹ ਪਰਮਾਤਮਾ ਨੂੰ ਆਵਾਜ਼ਾਂ ਮਾਰਦੇ ਆ। ਕਿਉਂਕਿ ਸਤਿਗੁਰੂ ਜੀ ਕਹਿੰਦੇ ਆ ਜਬ ਕਿਛ ਪਾਵੈ ਤਬ ਗਰਭ ਕਰਤ ਹੈ। ਜਦੋਂ ਉਹਨੂੰ ਕੁਛ ਮਿਲਦਾ ਹੈ ਉਦੋਂ ਗਰਭ ਆ ਜਾਂਦਾ ਹੈ, ਹੰਕਾਰ ਆ ਜਾਂਦਾ ਹੈ, ਮਨ ਵਿੱਚ ਈਗੋ ਆ ਜਾਂਦੀ ਹੈ, ਇਹ ਸਹਿਜੇ ਹੀ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਆ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੇ ਬੋਲੇ ਦੌੜਿਓ ਫਿਰਤ ਹੈ। ਮਾਇਆ ਗਈ ਤਬ ਰੋਵਣ ਲਗਤ ਹੈ, ਜਬ ਕਿਛ ਪਾਵੇ ਤਬ ਗਰਭ ਕਰਤ ਹੈ। ਸਾਥੋਂ ਕੁਝ ਚਲਾ ਗਿਆ ਤੇ ਰੋਂਦਾ ਹੈ, ਜਦੋਂ ਕੁਝ ਆ ਗਿਆ ਤੇ ਫਿਰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ, ਰੱਬ ਨੂੰ ਵੀ ਕੁਝ ਨਹੀਂ ਸਮਝਦਾ, ਜਿਹਨੇ ਸਭ ਕੁਝ ਦਿੱਤਾ ਉਹਨੂੰ ਵੀ ਕੁਝ ਨਹੀਂ ਜਾਣਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਨੂੰ ਪੁਕਾਰ ਕਰਿਆ ਕਰ, ਉਹਨੂੰ ਉਹਦਾ ਸਿਮਰਨ ਕਰਿਆ ਕਰ, ਫਿਰ ਤੇਰੀਆਂ ਸਾਰੀਆਂ ਭਾਵਨਾ ਗੁਰੂ ਨੇ ਪੂਰੀਆਂ ਕਰ ਦੇਣੀਆਂ। ਕਿਉਂਕਿ ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਰਹਿਮਤਾਂ ਕਰਨ ਵਾਲਾ ਹੈ, ਨਿਮਾਣਿਆਂ ਦੀ ਲਾਜ ਰੱਖਣ ਵਾਲਾ ਹੈ। ਅੱਜ ਦੇ ਮੁੱਖ ਵਾਕ ਅੰਦਰ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਦੇ ਹੁਕਮਨਾਮਾ ਸਾਹਿਬ ਬਖਸ਼ ਰਹੇ ਹਨ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਦੀ ਬਾਣੀ ਧਨਾਸਰੀ ਰਾਗ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ। ਧਨਾਸਰੀ ਮਹੱਲਾ ਪੰਜਵਾ। ਰਾਗ ਧਨਾਸਰੀ ਅੰਦਰ ਗੁਰੂ ਪੰਚਮ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਦੀਨ ਨਿਮਾਣੇ ਨੂੰ ਕਹਿੰਦੇ ਆ, ਗਰੀਬ ਨੂੰ ਕਹਿੰਦੇ ਆ, ਜਿਹੜਾ ਅੰਦਰੋਂ ਨਿਮਰਤਾ ਵਿੱਚ ਹੈ ਉਹਨੂੰ ਦੀਨ ਕਹਿੰਦੇ ਆ। ਦੀਨ ਗਰੀਬ ਨੂੰ ਕਹਿੰਦੇ ਆ,
ਦਰਦ ਦੁੱਖ ਜਿਹੜੇ ਮਿਲਦੇ ਆ, ਸਤਿਗੁਰੂ ਜੀ ਕਹਿੰਦੇ ਦੀਨ ਦਰਦ ਨਿਵਾਰ ਠਾਕੁਰ। ਪਰਮਾਤਮਾ ਪਰਮੇਸ਼ਰ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਹੈ, ਰਹਿਮਤ ਕਰਨ ਵਾਲਾ, ਨਿਮਾਣਿਆਂ ਤੇ ਤਰਸ ਕਰਨ ਵਾਲਾ ਹੈ। ਪਰਮਾਤਮਾ ਦਰਦ ਕੱਟਣ ਵਾਲਾ ਹੈ, ਸਾਰੇ ਪ੍ਰਕਾਰ ਦੇ ਦੁੱਖ ਕੱਟਣ ਵਾਲਾ ਪਰਮਾਤਮਾ। ਉਹਦਾ ਨਾਮ ਕੋਈ ਜਪ ਕੇ ਦੇਖੇ, ਉਹਨੂੰ ਧਿਆ ਕੇ ਦੇਖੇ, ਅਰਦਾਸ ਕਰਕੇ ਦੇਖ, ਗੁਰੂ ਦੇ ਚਰਨਾਂ ਵਿੱਚ ਭਰੋਸੇ ਨਾਲ। ਗੁਰੂ ਨੇ ਇੰਨੀ ਕਿਰਪਾ ਕਰਨੀ, ਰਹਿਮਤ ਕਰਨੀ, ਤੇਰੇ ਸਾਰੇ ਦੁੱਖ ਦੂਰ ਕਰ ਦੇਣੇ, ਸਾਰੀਆਂ ਭਾਵਨਾ ਪੂਰੀਆਂ ਕਰ ਦੇਣੀਆਂ। ਦੀਨ ਦਰਦ ਨਿਵਾਰ ਠਾਕੁਰ, ਕਿਉਂਕਿ ਉਹ ਪਰਮਾਤਮਾ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਠਾਕੁਰ ਹੈ। ਪਰਮਾਤਮਾ ਸਾਰੇ ਸੰਸਾਰ ਦਾ, ਪਰਮਾਤਮਾ ਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਜਨ ਕਹਿੰਦੇ ਉਹਦੇ ਪਿਆਰੇ ਨੂੰ, ਤੇ ਉਹਨਾਂ ਦੀ ਲਾਜ ਉਹ ਪਰਮਾਤਮਾ ਆਪ ਰੱਖਦਾ ਹੈ, ਉਹਨਾਂ ਤੇ ਕਿਰਪਾ ਆਪ ਕਰਦਾ। ਬਣ ਕੇ ਦੇਖ ਉਸ ਪਰਮਾਤਮਾ ਦਾ ਤੂੰ, ਬਣਿਆ ਨਹੀਂ ਅਜੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਅਜੇ ਦਾਤਾਰ ਵਿਸਰਿਆ ਹੋਇਆ ਹੈ, ਪਰਮਾਤਮਾ ਵਿਸਰਿਆ ਹੋਇਆ ਹੈ। ਲੋਕਾਂ ਨਾਲ, ਸੰਸਾਰ ਨਾਲ, ਪਰਿਵਾਰ ਨਾਲ, ਕੁਟੁੰਬ ਨਾਲ ਪਿਆਰ ਪਿਆ ਹੋਇਆ ਹੈ। ਘਰ ਨਾਲ ਪਿਆਰ ਪਿਆ ਹੋਇਆ, ਪਰਮਾਤਮਾ ਨਾਲ ਨਹੀਂ ਪਿਆ ਅਜੇ। ਖਾਣ ਪੀਣ ਨਾਲ ਪਿਆਰ ਪਿਆ ਹੋਇਆ, ਪਰਮਾਤਮਾ ਨਾਲ ਨਹੀਂ ਪਿਆ। ਖਾਣਾ ਪੀਣਾ, ਹੱਸਣਾ ਸੌਣਾ, ਚਾਰ ਚੀਜ਼ਾਂ ਨਾਲ ਪਿਆਰ ਪਿਆ ਹੋਇਆ ਹੈ, ਪਰਮਾਤਮਾ ਨਾਲ ਨਹੀਂ ਪਿਆ। ਸਤਿਗੁਰੂ ਜੀ ਕਹਿੰਦੇ ਜਦੋਂ ਉਹਦੇ ਨਾਲ ਪਿਆਰ ਪੈ ਗਿਆ ਨਾ, ਤੇ ਫਿਰ ਸਤਿਗੁਰੂ ਨੇ ਇੰਨੀ ਕਿਰਪਾ ਕਰਨੀ ਹੈ, ਆਪ ਲਾਜ ਰੱਖਣੀ ਹੈ, ਆਪ ਕਿਰਪਾ ਕਰਨੀ ਹੈ। ਰਾਖੈ ਜਨ ਕੀ ਆਪ, ਆਪਣੇ ਪਿਆਰੇ ਦੀ ਆਪ ਲਾਜ ਰੱਖਦਾ, ਉਹ ਕਿਸੇ ਦੀ ਡਿਊਟੀ ਨਹੀਂ ਲਾਉਂਦਾ। ਆਪ ਪਰਮੇਸ਼ਰ ਪਰਮਾਤਮਾ ਜਿਹੜਾ ਐਡਾ ਵੱਡਾ ਵਾਹਿਗੁਰੂ, ਉਹ ਆਪ ਆ ਕੇ ਲਾਜ ਰੱਖਦਾ ਆਪਣੇ ਪਿਆਰੇ ਦੀ। ਅੱਗੇ ਕਹਿੰਦੇ ਹਨ, ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ। ਤਰਨ, ਤਰਨ ਦਾ ਅਰਥ ਹੈ ਪਾਣੀ ਉੱਪਰ ਤਰਨਾ। ਜਿਵੇਂ ਆਪਾਂ ਕਹਿ ਦਿੰਦੇ ਵੀ ਤਰਨ, ਤਰਨ ਦਾ ਅਰਥ ਵੈਸੇ ਜਹਾਜ਼ ਵੀ ਹੈ। ਸਤਿਗੁਰੂ ਜੀ ਕਹਿੰਦੇ ਤਰਨ ਤਾਰਨ ਹਰ ਨਿਧ। ਨਿਧ ਦਾ ਅਰਥ ਹੈ ਖਜ਼ਾਨਾ। ਨਾ ਸਕੈ ਵਿਆਪ, ਸਤਿਗੁਰੂ ਜੀ ਕਹਿੰਦੇ ਕੋਈ ਪੋਹ ਨਹੀਂ ਸਕਦਾ। ਉਹ ਪਰਮਾਤਮਾ ਪ੍ਰਭੂ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ। ਮਨੋ ਜਹਾਜ਼ ਹੈ, ਜਿਵੇਂ ਅਸੀਂ ਪੜ੍ਹਦੇ ਹਾਂ ਨਾ, ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਕਰ ਸੇਮਦੇ ਗੁਰ ਪਾਰਿਓ ਤਾਰਨਹਾਰ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਉਹ ਹਰੀ ਸਾਰੇ ਦੁੱਖਾਂ ਦਾ ਖਾਤਮਾ ਕਰਨ ਵਾਲਾ ਤੇ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਖਜ਼ਾਨਾ ਭੰਡਾਰ। ਤੇ ਸਤਿਗੁਰੂ ਜੀ ਕਹਿੰਦੇ ਉਸ ਦੀ ਸ਼ਰਨ ਪੈ ਕੇ ਕੋਈ ਦੁੱਖ ਪੋ ਨਹੀਂ ਸਕਦਾ। ਤਰਨ ਤਾਰਨ ਹਰ ਨਿਧ, ਨਿਧ ਕਹਿੰਦੇ ਖਜ਼ਾਨੇ ਨੂੰ, ਤਰਨ ਵਾਲਾ ਪਰਮੇਸ਼ਰ ਪਰਮਾਤਮਾ, ਤੇ ਉਹਦਾ ਨਾਮ ਜਹਾਜ਼ ਹੈ। ਨਿਧ ਖਜ਼ਾਨਾ ਹੈ, ਦੁੱਖ ਕੋਈ ਸਤਾ ਨਹੀਂ ਸਕਦਾ ਜਦੋਂ ਉਹਦੀ ਸ਼ਰਨ ਵਿੱਚ ਆ ਜਾਂਦੇ ਹਾਂ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ। ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਹਨ, ਸਾਧੂ ਸੰਗ ਭਜੋ ਗੋਪਾਲ। ਸਾਧੂ ਸੰਗ, ਸਾਧੂ ਸੰਗਤ ਦਾ ਅਰਥ ਹੈ ਗੁਰੂ ਦੀ ਸੰਗਤ ਵਿੱਚ ਰਹਿ, ਗੁਰੂ ਦੀ ਸੰਗਤ ਵਿੱਚ ਜੁੜਿਆ ਕਰ, ਸਮਾਂ ਕੱਢਿਆ ਕਰ ਗੁਰੂ ਦੀ ਸੰਗਤ ਵਿੱਚ ਜੁੜਨ ਵਾਸਤੇ। ਹੋਰਾਂ ਕੰਮਾਂ ਵਾਸਤੇ ਬੰਦੇ ਕੋਲ ਬੜਾ ਸਮਾਂ ਹੈ, ਕੰਮ ਵੀ ਭੁੱਲ ਜਾਂਦਾ ਹੈ, ਰੋਟੀ ਵੀ ਛੱਡ ਦਿੰਦਾ ਹੈ, ਸੌਣਾ ਵੀ ਭੁੱਲ ਜਾਂਦਾ ਹੈ। ਪਰ ਜਦੋਂ ਪਰਮਾਤਮਾ ਦੀ ਬੰਦਗੀ ਕਰਨ ਦਾ ਸਮਾਂ ਹੁੰਦਾ ਹੈ, ਸਾਧ ਸੰਗਤ ਵਿੱਚ ਜੁੜਨ ਦਾ ਸਮਾਂ ਹੁੰਦਾ, ਉਦੋਂ ਇਹਦੇ ਕੋਲ ਸਮਾਂ ਹੀ ਨਹੀਂ। ਵੈਸੇ ਬੜਾ ਸਮਾਂ ਵੈਸੇ ਬਤੀਤ ਕਰ ਦਿੰਦਾ ਹੈ। ਜਿਵੇਂ ਇਹਨੂੰ ਕੋਈ ਸਾਧ ਸੰਗਤ ਵਿੱਚ ਆਉਣ ਦਾ ਕਵੇ, ਨਾ ਜੀ ਸਮਾਂ ਹੀ ਨਹੀਂ ਸਾਡੇ ਕੋਲ, ਸਾਡੇ ਕੋਲ ਤਾਂ ਸਮਾਂ ਹੀ ਨਹੀਂ, ਬੀਜੀ ਬਹੁਤ ਆ, ਕੰਮਕਾਰ ਬਹੁਤ ਹੈ। ਇਹਦੇ ਕੋਲੇ, ਬੰਦੇ ਕੋਲੇ, ਆਪਦੇ ਭਲੇ ਵਾਸਤੇ ਆਪਣੇ ਕੋਲ ਸਮਾਂ ਨਹੀਂ ਹੈ। ਕਿਉਂਕਿ ਜੇ ਸਾਧ ਸੰਗਤ ਕਰੂ, ਨਾਮ ਜਪੂ, ਪਰਮਾਤਮਾ ਦਾ ਸਿਮਰਨ ਕਰੂ, ਤੇ ਆਪ ਨੂੰ ਫਾਇਦਾ ਹੋਣਾ ਹੈ, ਕਿਸੇ ਹੋਰ ਨੂੰ ਤਾਂ ਫਾਇਦਾ ਹੋਣਾ ਨਹੀਂ। ਪਰ ਬੰਦੇ ਕੋਲੇ ਬਦਕਿਸਮਤੀ ਨਾਲ ਆਪਣੇ ਕੋਲ ਆਪਦੇ ਵਾਸਤੇ, ਆਪਦੇ ਭਲੇ ਵਾਸਤੇ ਸਮਾਂ ਨਹੀਂ ਹੈ। ਕਹਿੰਦਾ ਜੀ ਮੇਰੇ ਕੋਲ ਸਮਾਂ ਹੀ ਹੈ ਨਹੀਂ। ਹੋਰਾਂ ਕੰਮਾਂ ਵਾਸਤੇ ਬੜਾ ਸਮਾਂ ਹੈ, ਬੁਰੇ ਕੰਮ ਕਰਨੇ ਹੋਣ, ਮਾੜੇ ਪਾਸੇ ਜਾਣਾ ਹੋਵੇ, ਤਿਆਰ ਰਹਿੰਦਾ, ਭੱਜ ਕੇ ਜਾਂਦਾ ਹੈ, ਚਾਰ ਬੰਦੇ ਵੀ ਇਕੱਠੇ ਕਰ ਲੈਂਦਾ। ਪਰ ਜਦੋਂ ਗੁਰੂ ਦੀ ਬਾਣੀ, ਗੁਰੂ ਦਾ ਸਿਮਰਨ, ਸਾਧ ਸੰਗਤ ਵਿੱਚ ਜੁੜਨਾ ਹੋਵੇ, ਫਿਰ ਇਹਦੇ ਕੋਲੇ ਸਮਾਂ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਸਾਧੂ ਸੰਗ ਭਜੋ ਗੋਪਾਲ। ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਾਧੂ ਸੰਗਤ, ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਜੁੜਿਆ ਕਰ। ਜਿੱਥੇ ਗੁਰੂ ਦੀ ਮਿਹਰ ਹੁੰਦੀ, ਗੁਰੂ ਦੀ ਦ੍ਰਿਸ਼ਟੀ ਹੁੰਦੀ, ਉੱਥੇ ਜੁੜਿਆ ਕਰ। ਪਰ ਸਾਧ ਸੰਗਤ ਨੇ ਬੜਾ ਹੀ ਮਾੜਾ ਬਣਾ ਰੱਖਿਆ ਹੈ।
ਵੀ ਜਿਹੜੇ ਗੁਰੂ ਘਰ ਵੱਲ ਜੁੜੇ ਆ, ਸਾਧ ਸੰਗਤ ਵੱਲ ਜੁੜੇ, ਉਹ ਤਾਂ ਵਿਹਲੇ ਆ ਜੀ, ਬੜੇ ਮਾੜੇ ਆ। ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਜੁੜਿਆ ਕਰ, ਸਾਧੂ ਸੰਗ ਭਜੋ ਗੋਪਾਲ। ਭਜੋ ਦਾ ਅਰਥ ਹੈ ਪਰਮਾਤਮਾ ਨੂੰ ਸਿਮਰ, ਗੋਪਾਲ ਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ। ਗੋਪਾਲ, ਗੋਪਾਲ, ਗੋ ਕਹਿੰਦੇ ਧਰਤੀ ਨੂੰ, ਪਾਲ ਕਹਿੰਦੇ ਪਾਲਣਾ ਕਰਨ ਵਾਲੇ ਨੂੰ। ਗੋਪਾਲ ਪਰਮੇਸ਼ਰ ਪਰਮਾਤਮਾ, ਗੋਪਾਲ ਉਹਦਾ ਨਾਮ ਜਪ। ਸਾਧੂ ਸੰਗ, ਸਾਧ ਸੰਗਤ ਵਿੱਚ ਬੈਠ ਕੇ ਉਹਦਾ ਸਿਮਰਨ ਕਰਿਆ ਕਰ, ਸਮੇਂ 'ਚੋਂ ਸਮਾਂ ਕੱਢ ਕੇ ਉਹਦੀ ਯਾਦ ਵਿੱਚ ਜੁੜਿਆ ਕਰ, ਉਹਦੇ ਸਿਮਰਨ ਵਿੱਚ ਲਾਇਆ ਕਰ ਸਮਾਂ, ਤਾਂ ਕਿ ਤੇਰਾ ਭਲਾ ਹੋਵੇ। ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਹਨ, ਆਨ ਸੰਜਮ ਕਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਆਨ ਸੰਜਮ, ਹੋਰ ਆਨ ਦਾ ਮਤਲਬ ਹੈ ਕੋਈ ਵੀ, ਹੋਰ ਸੰਜਮ, ਹੋਰ ਕੋਈ ਵੀ ਕੰਮ, ਸੰਜਮ ਜੁਗਤ ਤਰੀਕਾ, ਕੰਮ ਨਹੀਂ ਆਉਣਾ। ਆਨ ਸੰਜਮ ਕਛ ਨਾ ਸੂਝੈ, ਹੋਰ ਕੋਈ ਵੀ ਕੰਮ ਨਹੀਂ ਆਉਣਾ। ਇਹ ਜਤਨ ਕਾਟ ਕਲ ਕਾਲ। ਸਤਿਗੁਰੂ ਜੀ ਕਹਿੰਦੇ ਇਹਨਾਂ ਜਤਨਾਂ ਨਾਲ ਇਸ ਸੰਸਾਰ ਦੇ ਝਮੇਲਿਆਂ ਤੋਂ, ਝਮੇਲਿਆਂ ਦੀ ਫਾਈ ਤੋਂ ਸਤਿਗੁਰੂ ਜੀ ਕਹਿੰਦੇ ਬਚਿਆ ਨਹੀਂ ਜਾਣਾ। ਇਸ ਤੋਂ ਬਿਨਾਂ ਹੋਰ ਕੋਈ ਜੁਗਤ ਹੀ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਤਰੀਕਾ ਹੀ ਨਹੀਂ ਵੀ ਅਸੀਂ ਬਚ ਜਾਈਏ ਜਮਾਂ ਦੀ ਫਾਈ ਤੋਂ, ਸੰਸਾਰ ਦੀ ਮਾਇਆ ਤੋਂ, ਮਾਇਆ ਦੇ ਜੰਜਾਲਾਂ ਤੋਂ ਬਚ ਜਾਈਏ। ਹੋਰ ਕੋਈ ਤਰੀਕਾ ਨਹੀਂ, ਕੇਵਲ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਸਾਨੂੰ ਇਹਨਾਂ ਤੋਂ ਬਚਾ ਸਕਦਾ ਹੈ। ਆਨ ਸੰਜਮ ਕਛ ਨਾ ਸੂਝੈ, ਹੋਰ ਕੋਈ ਜੁਗਤ ਤਰੀਕਾ ਕੰਮ ਨਹੀਂ ਆਉਣਾ। ਸਤਿਗੁਰੂ ਜੀ ਕਹਿੰਦੇ ਕੋਈ ਤਰੀਕਾ ਕੰਮ ਨਹੀਂ ਆਉਣਾ, ਭਾਵੇਂ ਕਿੰਨੇ ਤਰੀਕੇ ਅਪਣਾ ਲਈ, ਕਿਉਂਕਿ ਸੰਸਾਰ ਦੀ ਮਾਇਆ ਨੇ ਤਾਂ ਸਾਥ ਹੀ ਨਹੀਂ ਦੇਣਾ, ਅਹੁਦਿਆਂ ਨੇ ਸਾਥ ਨਹੀਂ ਦੇਣਾ, ਰਿਸ਼ਤੇਦਾਰ, ਸਾਕ ਸੰਬੰਧੀ, ਧੀਆਂ ਪੁੱਤਰ, ਸਾਰਾ ਪਰਿਵਾਰ, ਕਿਸੇ ਨੇ ਸਾਥ ਨਹੀਂ ਦੇਣਾ। ਕੇਵਲ ਤੇ ਕੇਵਲ ਪਰਮਾਤਮਾ ਨੇ ਸਾਥ ਦੇਣਾ ਹੈ, ਹੋਰ ਕੋਈ ਜੁਗਤ ਤਰੀਕਾ ਕੰਮ ਹੀ ਨਹੀਂ ਆਉਣਾ। ਪਰ ਸਤਿਗੁਰੂ ਜੀ ਕਹਿੰਦੇ ਇਹਨੂੰ ਇਹ ਧਿਆਨ 'ਚ ਹੀ ਨਹੀਂ ਆਉਂਦੀ ਗੱਲ। ਦੁਨੀਆ ਦੇ ਕੰਮਾਂ ਕਾਰਾਂ ਵਿੱਚ ਉਲਝ ਕੇ ਰਹਿ ਗਿਆ, ਪਰਿਵਾਰਾਂ ਵਿੱਚ ਉਲਝ ਕੇ ਰਹਿ ਗਿਆ, ਪਰ ਪਰਮਾਤਮਾ ਦਾ ਨਾਮ ਕਦੇ ਜਪਿਆ ਹੀ ਨਹੀਂ, ਕਦੇ ਸਿਮਰਿਆ ਹੀ ਨਹੀਂ ਉਸ ਪਰਮਾਤਮਾ ਨੂੰ। ਉਹ ਜੁਗਤ ਅਪਣਾਈ ਨਹੀਂ ਜਿਹਦੇ ਨਾਲ ਇਹਨੇ ਸੱਚੀ ਮੁਕਤ ਹੋਣਾ ਸੀ, ਜਿਹਦੇ ਨਾਲ ਇਹਦੇ ਤੇ ਸੱਚੀ ਕਿਰਪਾ ਹੋਣੀ ਸੀ। ਉਹ ਜੁਗਤ ਤਰੀਕਾ ਕਦੇ ਅਪਣਾਇਆ ਹੀ ਨਹੀਂ, ਹੋਰ ਕੰਮਾਂ 'ਚ ਹੀ ਲੱਗ ਕੇ ਰਹਿ ਗਿਆ। ਆਨ ਸੰਜਮ ਕਛ ਨਾ ਸੂਝੈ, ਜਤਨ ਕਾਟ ਕਲ ਕਾਲ। ਸਤਿਗੁਰੂ ਜੀ ਕਹਿੰਦੇ ਕੋਈ ਜੁਗਤ ਕੰਮ ਨਹੀਂ ਆਉਣੀ। ਕਾਲ ਤੋਂ ਬਚਣ ਵਾਸਤੇ ਕੇਵਲ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਜਮਾਂ ਦੀਆਂ ਫਾਹੀਆਂ ਤੋਂ ਬਚਾ ਸਕਦਾ ਹੈ। ਫਿਰ ਸਾਡੇ ਮਨ ਵਿੱਚ ਆਉਣਾ ਜੀ, ਨਾਮ ਜਪਣ ਵਾਲਾ ਵੀ ਚਲਿਆ ਜਾਂਦਾ ਹੈ ਤੇ ਇੱਕ ਮਨਮੁਖ ਵੀ ਚਲਿਆ ਜਾਂਦਾ ਸੰਸਾਰ ਤੋਂ। ਜਾਂਦੇ ਤਾਂ ਦੋਨੇ ਹੀ ਆ। ਸਤਿਗੁਰੂ ਜੀ ਕਹਿੰਦੇ ਜਾਂਦੇ ਤਾਂ ਹੈ, ਪਰ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਨਾਲ ਮੌਤ ਲਿਹਾਜ਼ ਕਰ ਲੈਂਦੀ। ਕਿਵੇਂ? ਜਿਵੇਂ ਇੱਕ ਬਿੱਲੀ ਹੁੰਦੀ ਹੈ, ਆਪਣੇ ਬੱਚਿਆਂ ਨੂੰ ਉਸੇ ਮੂੰਹ ਨਾਲ ਹੀ 7 ਘਰ ਟਪਾ ਦਿੰਦੀ ਹੈ, ਤੇ ਉਸੇ ਮੂੰਹ ਨਾਲ ਉਹਨਾਂ ਦੰਦਾਂ ਨਾਲ ਹੀ ਚੂਹੇ ਦਾ ਬੁਰਾ ਹਾਲ ਕਰ ਦਿੰਦੀ ਹੈ। ਤਾਂ ਉਹ ਬਿੱਲੀ ਉਹੀ ਦੰਦ ਹੈ, ਉਹੀ ਮੂੰਹ ਹੈ, ਪਰ ਇੱਕ ਆਪਣੇ ਬੱਚਿਆਂ ਨੂੰ ਪਿਆਰ ਨਾਲ ਚੱਕਦੀ ਹੈ, ਉਹਨਾਂ 'ਤੇ ਝਰੀਟ ਨਹੀਂ ਆਉਣ ਦਿੰਦੀ। ਇੱਕ ਚੂਹੇ ਨੂੰ ਬੁਰਾ ਹਾਲ ਕਰ ਦਿੰਦੀ ਹੈ, ਮਧੋਲ ਦਿੰਦੀ, ਮਾਰ ਦਿੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਅੰਤਲਾ ਸਮਾਂ ਮੌਤ ਤਾਂ ਆਉਂਦੀ ਸਭ ਤੇ, ਸੰਤ ਤੇ ਵੀ ਆਉਂਦੀ, ਸਖਤ ਤੇ ਵੀ ਆਉਂਦੀ, ਗੁਰਮੁਖ ਤੇ ਵੀ ਆਉਂਦੀ, ਮਨਮੁਖ ਤੇ ਵੀ ਆਉਂਦੀ ਹੈ। ਪਰ ਗੁਰਮੁਖ ਪਿਆਰਿਓ, ਸਤਿਗੁਰੂ ਜੀ ਕਹਿੰਦੇ ਮਾਨਸ ਬੱਪੜਾ ਮੂਸਾ ਕੀਨਾ ਮੀਚ ਬਲਈ ਹੈ ਖਈ ਹੈ ਰੇ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨਾ ਜਾਵਹਿ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਪਰਮਾਤਮਾ ਉਹਨਾਂ 'ਤੇ ਕਿਰਪਾ ਕਰਦਾ, ਇਉਂ ਚਲੇ ਜਾਂਦੇ ਜਿਵੇਂ ਸੱਪ ਕੁੰਝ ਲਾ ਕੇ ਚਲਿਆ ਜਾਂਦਾ। ਤੇ ਜਾਂਦੇ ਕਿੱਥੇ? ਗੁਰੂ ਦੇ ਚਰਨਾਂ ਵਿੱਚ, ਸੱਚਖੰਡ ਵਿੱਚ, ਜਿਹੜੇ ਨਾਮ ਜਪ ਕੇ ਜਾਂਦੇ ਆ, ਪਰਮਾਤਮਾ ਦਾ ਸਿਮਰਨ ਕਰਕੇ ਜਾਂਦੇ ਆ, ਉਹ ਇਉਂ ਚਲੇ ਜਾਂਦੇ ਆ। ਤੇ ਉਹ ਗੁਰੂ ਉਹਨਾਂ ਦੀ ਆਪ ਬਾਂਹ ਫੜਦਾ ਹੈ, ਕਿਰਪਾ ਕਰਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜ ਨੂੰ ਹੁਕਮ ਕਰ ਦਿੰਦੇ ਆ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਵੀ ਇਹ ਨਾਮ ਜਪਣ ਵਾਲਾ ਹੈ, ਇਹਦੇ ਸਾਰੇ ਲੇਖੇ ਦੇ ਕਾਗਜ਼ ਪੱਤਰ ਪਾੜ ਦੇ, ਇਹਦਾ ਕੋਈ ਲੇਖਾ ਨਹੀਂ ਤੂੰ ਪੁੱਛਣਾ, ਕਿਉਂਕਿ ਗੁਰੂ ਦਾ ਨਾਮ ਜਪਣ ਵਾਲਾ ਹੈ, ਗੁਰੂ ਵਾਲਾ ਹੈ, ਪਰਮਾਤਮਾ ਦਾ ਸਿਮਰਨ ਕਰਕੇ ਆਇਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੇਵਲ ਇਹੀ ਤਰੀਕਾ ਹੈ ਜਮਾਂ ਦੀਆਂ ਮਾਰਾਂ ਤੋਂ ਬਚਣ ਦਾ, ਟੇਢੀਆਂ ਮੇਢੀਆਂ ਜੂਨਾਂ ਤੋਂ ਬਚਣ ਦਾ। ਨਹੀਂ ਤੇ ਜੇ ਅਸੀਂ ਇਸ ਸੰਸਾਰ ਤੇ ਵਹਿਮਾਂ ਵਿੱਚ ਹੀ ਪਏ ਰਹੇ ਬਈ ਇਹ ਸਰੀਰ ਹੀ ਮਿਲਿਆ ਜੀ, ਅੱਗੇ ਕੁਝ ਨਹੀਂ, ਨਾ ਪਿੱਛੇ ਕੁਝ ਨਹੀਂ, ਤੇ ਫਿਰ ਸਤਿਗੁਰੂ ਜੀ ਕਹਿੰਦੇ ਤੈਨੂੰ ਬੜਾ ਵੱਡਾ ਭੁਲੇਖਾ ਪਿਆ ਹੋਇਆ, ਇਹ ਨਿਕਲਣਾ ਨਹੀਂ ਗੁਰੂ ਦੀ ਮੱਤ ਤੋਂ ਬਿਨਾਂ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ,
ਗੁਰੂ ਹੀ ਕਿਰਪਾ ਕਰੇ ਤੇ ਤੇਰਾ ਭੁਲੇਖਾ ਨਿਕਲ ਜਾਵੇ, ਨਹੀਂ ਤੇ ਫਿਰ 84 ਲੱਖ ਜੂਨ ਵਿੱਚ ਜਾਣ ਤੋਂ ਤੈਨੂੰ ਕੋਈ ਨਹੀਂ ਬਚਾ ਸਕਦਾ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਇਸ ਸੰਸਾਰ ਤੋਂ ਜਿਹੜਾ ਅਜਾਈਂ ਚਲਿਆ ਜਾਂਦਾ, ਸਮਾਂ ਗਵਾ ਕੇ ਖਾਲੀ ਚਲਿਆ ਜਾਂਦਾ ਹੈ, ਅੱਗੇ ਫਿਰ ਉਹਨੂੰ ਸੱਚਖੰਡ ਵਿੱਚ ਚਾਦਰਾਂ ਵਿਛੀਆਂ ਨਹੀਂ ਮਿਲਦੀਆਂ, ਉਹਨੂੰ ਟੇਢੀਆਂ ਮੇਢੀਆਂ ਜੂਨਾਂ ਜਾਣਾ ਪੈਂਦਾ ਹੈ, ਨਰਕਾਂ ਦੀ ਅੱਗ ਵਿੱਚ ਸੜਨਾ ਪੈਂਦਾ, ਲੇਖੇ ਦੇਣੇ ਪੈਂਦੇ ਆ। ਜੇ ਇੱਥੇ ਯਤਨ ਕਰ ਲਿਆ, ਸਰੀਰ ਵਿੱਚ ਰਹਿ ਕੇ ਪਰਮਾਤਮਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਹੋ ਸਕਦਾ ਗੁਰੂ ਦੀ ਨਿਗਾਹ ਹੋ ਜਾਵੇ, ਤਰਸ ਹੋ ਜਾਵੇ ਤੇ ਤੈਨੂੰ ਸਤਿਗੁਰੂ ਬਖਸ਼ ਦੇਵੇ, ਆਪਣੇ ਚਰਨਾਂ ਵਿੱਚ ਥਾਂ ਦੇ ਦੇਵੇ। ਨਹੀਂ ਤੇ ਸੌਖੀ ਥਾਂ ਨਹੀਂ ਮਿਲਦੀ, ਜਨਮਾਂ ਦੇ ਜਨਮ ਬੀਤ ਜਾਂਦੇ ਆ। ਭਗਤ ਰਵਿਦਾਸ ਜੀ ਕਹਿੰਦੇ ਬਾਣੀ ਅੰਦਰ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਹਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜਾ ਸਮਾਂ ਹੋ ਗਿਆ ਭਟਕਦਿਆਂ ਫਿਰਦਿਆਂ ਨੂੰ, ਸਤਿਗੁਰੂ ਜੀ ਹੁਣ ਤਾਂ ਕਿਰਪਾ ਕਰ ਦਿਓ, ਹੁਣ ਤਾਂ ਬਖਸ਼ ਲਓ, ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਸੌਖੀ ਥਾਂ ਨਹੀਂ ਮਿਲਦੀ, ਅਸੀਂ ਕਹਿ ਦਿੰਦੇ ਹਾਂ ਵੀ ਥਾਂ ਦਿਓ, ਐਵੇਂ ਥਾਂ ਨਹੀਂ ਮਿਲਦੀ। ਸਾਰੀ ਉਮਰ ਸਾਰੀ ਜ਼ਿੰਦਗੀ ਚੰਗੇ ਕਰਮ, ਗੁਰੂ ਦਾ ਪਰਮੇਸ਼ਰ ਦਾ ਨਾਮ ਜਪਣਾ ਪੈਂਦਾ ਹੈ, ਚੰਗੇ ਕਰਮ ਕਰਨੇ ਪੈਂਦੇ। ਹੋ ਸਕਦਾ ਹੈ ਇਹ ਜਨਮ ਵੀ ਲੱਗ ਜਾਵੇ, ਅਗਲਾ ਜਨਮ ਫਿਰ ਮਿਲੇ, ਫਿਰ ਉਹਦੇ ਵਿੱਚ ਚੰਗੇ ਕਰਮ ਕਰਨੇ ਪੈਣ, ਨਾਮ ਜਪਣਾ ਪਵੇ, ਸਿਮਰਨ ਕਰਨਾ ਪਵੇ, ਫਿਰ ਵੀ ਗੁਰੂ ਦੀ ਕਿਰਪਾ ਨਾ ਹੋਵੇ, ਫਿਰ ਅੱਗੇ ਜਨਮ ਮਿਲੇ, ਫਿਰ ਇਸੇ ਤਰ੍ਹਾਂ ਕਈ ਜਨਮ ਬੀਤ ਜਾਂਦੇ ਮੁਕਤੀ ਦੀ ਦਾਤ ਪ੍ਰਾਪਤ ਕਰਨ ਨੂੰ, ਸਤਿਗੁਰੂ ਦੀ ਬਾਣੀ ਕਹਿੰਦੀ ਹੈ। ਇਸ ਕਰਕੇ ਜਦੋਂ ਤੈਨੂੰ ਕੰਨਾਂ ਵਿੱਚ ਆਵਾਜ਼ ਪੈ ਜਾਵੇ, ਚੰਗੇ ਕਰਮ ਕਰੀ, ਨਾਮ ਜਪੀ, ਪਰਮਾਤਮਾ ਦਾ ਸਿਮਰਨ ਕਰੀ, ਆਪਣੀ ਮੱਤ ਆਪਣੇ ਮਨ ਪਿੱਛੇ ਲੱਗ ਕੇ ਕਦੇ ਮਾੜੇ ਪਾਸੇ ਨਾ ਜਾਵੀਂ। ਸਤਿਗੁਰੂ ਜੀ ਕਹਿੰਦੇ ਆ ਹੋਰ ਕੋਈ ਤਰੀਕਾ ਨਹੀਂ ਹੈ। ਆਪਾਂ ਵਿਚਾਰ ਕਰਦੇ ਸੀ ਹੋਰ ਕੋਈ ਤਰੀਕਾ ਹੈ ਨਹੀਂ ਤਰਨ ਦਾ, ਮੁਕਤੀ ਦੀ ਦਾਤ ਪ੍ਰਾਪਤ ਕਰਨ ਦਾ, ਕੇਵਲ ਨਾਮ ਜਪਣਾ ਹੀ ਹੈ। ਨਾਮ ਜਪ ਕੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਜਾਣਾ ਸਭ ਨੇ ਸੰਸਾਰ ਤੋਂ, ਭੁੱਲੇ ਰਵਾਂਗੇ ਤੇ ਸਾਡਾ ਹੀ ਇਹਦੇ ਵਿੱਚ ਘਾਟਾ ਹੈ। ਚੇਤੇ ਰੱਖਾਂਗੇ ਤੇ ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ ਚੇਤੇ ਆ ਜਾਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਅੰਤਲੇ ਸਮੇਂ ਨੂੰ, ਮੌਤ ਨੂੰ ਹਮੇਸ਼ਾ ਯਾਦ ਰੱਖੀ, ਫਿਰ ਵਾਹਿਗੁਰੂ ਪਰਮੇਸ਼ਰ ਰਾਮ ਅੱਲਾਹ ਤਾਲਾ ਗੌੜ ਹਮੇਸ਼ਾ ਯਾਦ ਰਹੂ। ਜੇ ਆਪਣੇ ਅੰਤਲੇ ਸਮੇਂ ਨੂੰ, ਮੌਤ ਨੂੰ ਹੀ ਭੁੱਲ ਗਿਆ ਤੇ ਫਿਰ ਗੁਰਮੁਖ ਪਿਆਰਿਓ ਇਸ ਸੰਸਾਰ ਤੋਂ ਖਾਲੀ ਚਲੇ ਜਾਵਾਂਗੇ। ਚੱਲੇ ਜਵਾਰੀ ਦੋਏ ਹੱਥ ਝਾੜ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਬਾਜੀ ਹਾਰ ਜਾਵਾਂਗੇ, ਜੇ ਚੇਤੇ ਰੱਖਾਂਗੇ ਪਰਮਾਤਮਾ ਨੂੰ, ਬਾਜੀ ਜਿੱਤ ਜਾਵਾਂਗੇ। ਇਸ ਕਰਕੇ ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਹਨ, ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਸਤਿਗੁਰੂ ਜੀ ਕਹਿੰਦੇ ਆਨ ਸੰਜਮ ਕਛ ਨਾ ਸੂਝੈ, ਇਹ ਯਤਨ ਕਾਟ ਕਲ ਕਾਲ ਰਹਾਉ, ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਆਦ ਸ਼ੁਰੂ, ਅੰਤ ਅੰਤਲਾ ਸਮਾਂ। ਤੇ ਬੰਦਿਆ ਇਸ ਵਿੱਚ ਤੂੰ ਆਪਣੇ ਤੇ ਵੀ ਲੈ ਸਕਦਾ ਵੀ ਜਦੋਂ ਮਾਤਾ ਦੇ ਗਰਭ ਵਿੱਚ ਸ਼ੁਰੂ ਸੀ ਤੇਰਾ ਜੀਵਨ, ਉਦੋਂ ਵੀ ਪਰਮਾਤਮਾ ਨੇ ਕਿਰਪਾ ਕਰਕੇ ਤੈਨੂੰ ਰੱਖਿਆ, ਹੁਣ ਵੀ ਤੇਰੇ ਤੇ ਕਿਰਪਾ ਕਰ ਰਿਹਾ, ਤੇ ਜਦੋਂ ਸੰਸਾਰ ਨੂੰ ਛੱਡ ਕੇ ਜਾਣਾ ਉਦੋਂ ਵੀ ਪਰਮਾਤਮਾ ਨੇ ਕਿਰਪਾ ਕਰਕੇ ਤੇਰੀ ਬਾਂਹ ਫੜਨੀ ਹੈ। ਤੇ ਉਹ ਪਰਮਾਤਮਾ ਸ਼ੁਰੂ ਤੋਂ ਹੈ, ਹੁਣ ਵੀ ਹੈ, ਤੇ ਅੰਤ ਤੱਕ ਉਹਨੇ ਪੂਰਾ ਹੀ ਰਹਿਣਾ ਹੈ। ਪਰਮਾਤਮਾ ਹੈ, ਸੀ ਤੇ ਰਹੂਗਾ ਹਮੇਸ਼ਾ ਹੀ, ਕਿਰਪਾ ਉਹਨੇ ਕਰਦੇ ਰਹਿਣਾ। ਆਦ ਅੰਤ ਦਇਆਲ ਪੂਰਨ, ਉਹ ਪਰਮੇਸ਼ਰ ਪਰਮਾਤਮਾ ਪੂਰਾ ਹੈ। ਤਿਸ ਬਿਨਾ ਨਹੀਂ ਕੋਏ, ਉਹਦੇ ਤੋਂ ਬਿਨਾ ਨਾ ਸਾਡੀ ਕੋਈ ਬਾਂਹ ਫੜ ਸਕਦਾ, ਨਾ ਸਾਡੇ ਤੋਂ ਕੋਈ ਕਿਰਪਾ ਕਰ ਸਕਦਾ ਹੈ। ਉਹਦੇ ਤੋਂ ਬਿਨਾ ਸਾਡੀ ਪੁਕਾਰ ਕੋਈ ਨਹੀਂ ਸੁਣ ਸਕਦਾ। ਕੇਵਲ ਵਾਹਿਗੁਰੂ ਨੇ ਸੁਣਨੀ ਹੈ, ਪਰਮਾਤਮਾ ਨੇ ਸੁਣਨੀ ਹੈ, ਜਿਹੜਾ ਸਭ ਨੂੰ ਵੱਡਾ ਪਾਵਰ ਵਾਲਾ ਹੈ, ਮਾਲਕ ਹੈ ਜਿਹੜਾ ਸਭ ਦਾ, ਉਹਨੇ ਕਿਰਪਾ ਕਰਕੇ ਸਭ ਦੀ ਪੁਕਾਰ ਸੁਣਨੀ ਹੈ, ਸਭ ਦੇ ਉੱਤੇ ਕਿਰਪਾ ਕਰਨੀ ਹੈ। ਉਹਦੇ ਤੋਂ ਬਿਨਾ ਕੋਈ ਕਿਰਪਾ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਜੁੜਿਆ ਕਰ। ਉਹਨੂੰ ਕਹਿੰਦੇ ਵਾਹਿਗੁਰੂ। ਕਿੰਨੇ ਉਹਦੇ ਨਾਮ ਬਾਣੀ ਵਿੱਚ ਰੱਖੇ ਆ, ਪ੍ਰਭੂ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਅੱਲਾਹ ਤਾਲਾ ਗੌਡ, ਜਿੰਨੇ ਵੀ ਉਹਦੇ ਨਾਮ ਰੱਖੇ ਉਹ ਮੇਨ ਪਾਵਰ ਪਰਮੇਸ਼ਰ, ਉਹਨੂੰ ਹੀ ਪੁਕਾਰਾਂ ਕੀਤੀਆਂ ਹਨ। ਤੇ ਸਤਿਗੁਰੂ ਜੀ ਕਹਿੰਦੇ ਤੂੰ ਵੀ ਉਹਦੀ ਯਾਦ ਵਿੱਚ ਜੁੜਿਆ ਕਰ, ਉਹਦੇ ਸਿਮਰਨ ਵਿੱਚ ਜੁੜਿਆ ਕਰ। ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਏ, ਉਹਦੇ ਤੋਂ ਬਿਨਾ ਹੁਣ ਕੋਈ ਸੰਸਾਰ ਵਿੱਚ ਨਹੀਂ ਹੈ ਜਿਹੜਾ ਕਿਰਪਾ ਕਰ ਦੇਵੇ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਜਨਮ ਹੁੰਦਾ ਹੈ, ਮਰਨ ਜਦੋਂ ਸੰਸਾਰ ਤੋਂ ਜਾਂਦਾ ਬੰਦਾ। ਜਨਮ ਮਰਨ ਨਿਵਾਰ ਹਰ ਜਪ, ਸਤਿਗੁਰੂ ਜੀ ਕਹਿੰਦੇ ਇਹ ਕੱਟਿਆ ਜਾਣਾ ਹੈ। ਜਨਮ ਮਰਨ ਦੂਰ ਕਰ ਲੈ, ਨਿਵਾਰ ਦਾ ਅਰਥ ਹੈ ਦੂਰ ਕਰ ਲੈਣਾ। ਸਤਿਗੁਰੂ ਜੀ ਕਹਿੰਦੇ ਜਨਮ ਮਰਨ ਦੂਰ ਕਰ ਲੈ, ਕਿਉਂਕਿ ਸਾਨੂੰ ਜਨਮ ਮਰਨ ਲੱਗਿਆ ਹੋਇਆ ਹੈ।
ਗੁਰੂ ਦੀ ਮੱਤ ਨਾਲ ਅਸੀਂ ਦੇਖੀਏ ਨਾ ਤੇ ਜਨਮ ਵੀ ਦੁੱਖ ਹੈ ਤੇ ਮਰਨ ਵੀ ਦੁੱਖ ਹੈ। ਸੰਸਾਰ ਤੇ ਆ ਗਿਆ ਤਾਂ ਦੁੱਖ ਹੈ, ਚਲਾ ਗਿਆ ਤਾਂ ਦੁੱਖ ਹੈ। ਫਿਰ ਕਿਸੇ ਜੂਨ ਵਿੱਚ ਆਇਆ ਤਾਂ ਦੁੱਖ ਹੈ, ਚਲਾ ਗਿਆ ਦੁੱਖ ਹੈ। ਸਤਿਗੁਰੂ ਜੀ ਕਹਿੰਦੇ ਜਨਮ ਮਰਨ ਜਿਹੜਾ ਦੁੱਖ ਹੀ ਹੈ। ਵੈਸੇ ਸੰਸਾਰ ਜਨਮ ਦੀ ਖੁਸ਼ੀ ਮਨਾਉਂਦਾ ਹੈ, ਮਰਨ ਦਾ ਸੋਗ ਕਰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਹੈ ਦੋਨੇ ਹੀ ਦੁੱਖ ਦੇਣ ਵਾਲੇ। ਸੰਸਾਰ ਤੇ ਆ ਗਿਆ ਤੇ ਸਾਰੀ ਉਮਰ ਦੁਖੀ ਰਹਿੰਦਾ ਹੈ, ਫਿਰ ਚਲਿਆ ਜਾਂਦਾ ਹੈ, ਫਿਰ ਦੁੱਖ ਹੈ। ਸਤਿਗੁਰੂ ਜੀ ਕਹਿੰਦੇ ਨਾਮ ਜਪ ਕੇ ਪਰਮਾਤਮਾ ਦਾ ਜਨਮ ਮਰਨ ਕੱਟ ਲੈ। ਵੈਸੇ ਸਾਨੂੰ ਜਨਮ ਚੰਗਾ ਲੱਗਦਾ ਹੈ ਕਿਉਂਕਿ ਅਸੀਂ ਸੰਸਾਰ ਨਾਲ ਜੁੜੇ ਹੋਏ ਹਾਂ। ਪਰਮਾਤਮਾ ਦੀ ਗੁਰਮਤਿ ਨਾਲ ਦੇਖੀਏ ਤੇ ਜਨਮ ਵੀ ਆਪਾਂ ਕਿਵੇਂ ਅੱਗੇ ਵਿਚਾਰ ਕੀਤੀ ਹੈ, ਦੁੱਖ ਹੈ। ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਆ ਗਿਆ ਇਹ ਵੀ ਇੱਕ ਸਜ਼ਾ ਹੈ। ਇਸ ਕਰਕੇ ਜਨਮ ਮਰਨ ਨਿਵਾਰ ਹਰ ਜਪ, ਹਰੀ ਨੂੰ ਜਪ ਕੇ, ਪਰਮਾਤਮਾ ਨੂੰ ਜਪ ਕੇ ਤੇ ਆਪਣੇ ਜਨਮ ਮਰਨ ਕੱਟ ਲੈ। ਸੰਸਾਰ ਤੇ ਆਇਆ, ਕੋਈ ਵੀ ਆਇਆ ਸਜ਼ਾ ਭੁਗਤਣ ਆਇਆ ਆਪਣੀ, ਤੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ ਹੈ। ਗੁਰਮੁਖ ਪਿਆਰੇ ਜਿਹੜੇ ਆਉਂਦੇ ਆ, ਮਹਾਂਪੁਰਖ ਸੰਤ ਜਿਹੜੇ ਆਉਂਦੇ ਆ, ਉਹ ਦੁਨੀਆ ਦਾ ਭਲਾ ਕਰਨ ਵਾਸਤੇ ਆਉਂਦੇ ਆ। ਜਿਵੇਂ ਆਪਾਂ ਕਹੀਏ ਵੀ ਸਾਰੇ ਸਜ਼ਾ ਕੱਟਣ ਵੀ ਨਹੀਂ ਆਉਂਦੇ। ਜਿਵੇਂ ਇੱਕ ਜੇਲ੍ਹ ਹੁੰਦਾ ਹੈ, ਉਹਦੇ ਵਿੱਚ ਕੈਦੀ ਵੀ ਹੁੰਦੇ ਆ ਤੇ ਇੱਕ ਜੇਲਰ ਵੀ ਹੁੰਦਾ ਹੈ। ਜੇਲਰ ਦੀ ਮਰਜ਼ੀ ਹੁੰਦੀ ਹੈ, ਬਾਹਰ ਅੰਦਰ ਆ ਜਾ ਸਕਦਾ, ਪਰ ਕੈਦੀ ਜਿਹੜਾ ਆ ਜਾ ਨਹੀਂ ਸਕਦਾ। ਜੇ ਕੈਦੀ ਸਮਝਣ ਵੀ ਆ ਜੇਲਰ ਵੀ ਇੱਕ ਇਹਨੂੰ ਸਜ਼ਾ ਹੋਈ ਹੈ, ਉਹਨਾਂ ਦਾ ਭੁਲੇਖਾ ਹੈ। ਉਹ ਤਾਂ ਇੱਕ ਉਹਦੀ ਰਾਖੀ ਵਾਸਤੇ ਉਹਨਾਂ ਦੀ ਉੱਥੇ ਉਹਦੀ ਡਿਊਟੀ ਲੱਗੀ ਹੋਈ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਰੀ ਦੇ ਜਨ ਪਿਆਰੇ ਮਹਾਂਪੁਰਖ ਸੰਤ ਆਉਂਦੇ ਆ, ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ। ਜੀਵ ਜਿਹੜਾ ਹੈ ਆਪਣੇ ਕਰਮਾਂ ਅਨੁਸਾਰ ਬੱਧਿਆ ਹੋਇਆ ਸੰਸਾਰ ਤੇ ਆਉਂਦਾ ਹੈ, ਆਪਣੀ ਸਜ਼ਾ ਪੂਰੀ ਕਰਦਾ ਹੈ। ਪਿਛਲੇ ਜਨਮਾਂ ਦਾ ਲੇਖਾ ਜੋਖਾ ਹੁੰਦਾ ਹੈ, ਇਸ ਜਨਮ ਵਿੱਚ ਪੂਰਾ ਕਰਦਾ ਹੈ, ਫਿਰ ਇਸ ਜਨਮ ਵਿੱਚ ਹੋਰ ਰਹਿ ਕੇ ਹੋਰ ਕਰਦਾ ਮਾੜੇ ਕਰਮ ਚੰਗੇ ਕਰਮ, ਫਿਰ ਇਹਦਾ ਲੇਖਾ ਅੱਗੇ ਮਿਲਦਾ ਹੈ। ਪਰ ਜੇ ਹਾਂ ਨਾਮ ਜਪ ਲਵੇ, ਪਰਮਾਤਮਾ ਦੀ ਬੰਦਗੀ ਕਰ ਲਵੇ, ਫਿਰ ਸਾਰੇ ਔਗਣ ਸਾਰੇ ਪਾਪ ਕੱਟੇ ਜਾਂਦੇ ਆ। ਜਿਵੇਂ ਅਸੀਂ ਫਸਲ ਬੀਜਦੇ ਹਾਂ, ਫਸਲ ਤਿਆਰ ਕਰਕੇ ਉਹਦੇ ਵਿੱਚ ਬੀਜ ਬੀਜਦੇ ਹਾਂ। ਜਿਹੜਾ ਬੀਜ ਬੀਜਿਆ ਉਹ ਤਾਂ ਉੱਗਦਾ ਹੈ, ਉਹਦੇ ਨਾਲ ਘਾਸ ਫੂਸ ਗੰਦ ਪਿੱਲ ਬੜਾ ਹੋ ਜਾਂਦਾ ਹੈ। ਫਿਰ ਉਹਨੂੰ ਵੱਢਣਾ ਪੈਂਦਾ ਹੈ, ਕੱਟਣਾ ਪੈਂਦਾ, ਉਹਦੀ ਗੋਡੀ ਕਰਨੀ ਪੈਂਦੀ, ਉਹਦੀ ਸਫਾਈ ਕਰਨੀ ਪੈਂਦੀ ਹੈ। ਜੇ ਨਾ ਕਰੀਏ ਫਿਰ ਜਿਹੜੀ ਜ਼ਮੀਨ ਦੀ ਪਾਵਰ ਸ਼ਕਤੀ ਘਟ ਜਾਂਦੀ ਹੈ। ਜਿਹੜਾ ਅਸੀਂ ਬੀਜ ਬੀਜਿਆ ਉਹਦਾ ਫਲ ਵੀ ਘੱਟ ਮਿਲਦਾ, ਝਾੜ ਵੀ ਘੱਟ ਮਿਲਦਾ ਹੈ। ਇਸੇ ਤਰ੍ਹਾਂ ਇਹ ਜੀਵਨ ਵਿੱਚ ਔਗਣ ਹੋ ਜਾਂਦੇ ਆ, ਆਪੇ ਹੋ ਜਾਂਦੇ। ਚੰਗੇ ਕਰਮ ਕਰਨੇ ਪੈਂਦੇ ਆ, ਇਹਨਾਂ ਹੱਥਾਂ ਨਾਲ ਚੰਗੇ ਕਰਮ ਕਰਨੇ ਪੈਂਦੇ। ਜਿਵੇਂ ਚੰਗਾ ਬੀਜ, ਹੁਣ ਨਰਮਾ ਬੀਜਿਆ, ਗਵਾਰਾ ਬੀਜਿਆ, ਕਣਕ ਬੀਜੀ, ਸਰੋਂ ਬੀਜੀ, ਇਹ ਬੀਜਣੀ ਪਈ, ਨਾਲ ਗੰਦ ਪਿੱਲ ਬੀਜਣਾ ਨਹੀਂ ਪਿਆ, ਆਪੇ ਉੱਗ ਗਿਆ। ਇਸੇ ਤਰ੍ਹਾਂ ਕਹਿੰਦੇ ਮਾੜੇ ਕਰਮ ਆਪੇ ਹੋ ਜਾਂਦੇ ਆ, ਔਗਣ ਆਪੇ ਹੋ ਜਾਂਦੇ ਆ, ਚੰਗੇ ਕਰਮ ਕਰਨੇ ਪੈਂਦੇ ਆ ਇਹਨਾਂ ਹੱਥਾਂ ਨਾਲ। ਤੇ ਨਾਮ ਜਪ ਕੇ, ਜਿਵੇਂ ਅਸੀਂ ਖੇਤਾਂ ਵਿੱਚੋਂ ਗੰਦ ਪਿੱਲ ਮਾਰ ਦਿੰਦੇ ਆ, ਨਾਮ ਜਪ ਕੇ ਔਗਣਾਂ ਦਾ ਨਾਸ਼ ਹੋ ਜਾਂਦਾ ਹੈ। ਫਿਰ ਜੀਵਨ ਦਾ ਜਦੋਂ ਝਾੜ ਨਿਕਲਦਾ ਹੈ, ਫਲ ਮਿਲਦਾ ਹੈ, ਹਿਸਾਬ ਕਿਤਾਬ ਹੁੰਦੇ ਆ ਤੇ ਜੀਵਨ ਦਾ ਜਿਹੜਾ ਫਲ ਹੈ ਬੜਾ ਮਿਲਦਾ। ਜਿਵੇਂ ਜ਼ਮੀਨ ਵਿੱਚੋਂ ਗੰਦ ਪਿੱਲ ਮਾਰ ਦਈਏ ਤੇ ਝਾੜ ਵੱਧ ਜਾਂਦਾ ਹੈ, ਇਸੇ ਤਰ੍ਹਾਂ ਜੀਵਨ ਵਿੱਚੋਂ ਔਗਣ ਕੱਟ ਦਿੱਤੇ, ਪਾਪ ਕੱਟ ਦਿੱਤੇ, ਨਾਮ ਜਪ ਕੇ ਇਹਨਾਂ ਦੀ ਸਫਾਈ ਕਰ ਲਈ। ਸਤਿਗੁਰੂ ਜੀ ਕਹਿੰਦੇ ਜੀਵਨ ਦੀ ਬਾਜੀ ਵੀ ਜਿੱਤ ਜਾਵੇਂਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਮੈ ਕੈ ਰੰਗ। ਉਹ ਧੁੱਪ ਜਾਂਦੀ ਹੈ ਮਤ, ਔਗਣ ਧੁੱਪ ਜਾਂਦੇ ਆ, ਪਾਪ ਕੱਟੇ ਜਾਂਦੇ ਆ ਨਾਮ ਜਪ ਕੇ। ਇਸ ਕਰਕੇ ਜਨਮ ਮਰਨਾ ਕੱਟ ਲੈ, ਪਰਮਾਤਮਾ ਦਾ ਨਾਮ ਜਪ ਕੇ। ਜਨਮ ਮਰਨ ਨਿਵਾਰ ਹਰ ਜਪ, ਹਰੀ ਨੂੰ ਜਪ ਕੇ ਸਿਮਰ ਸੁਆਮੀ ਸੋਏ। ਸੋਏ ਦਾ ਅਰਥ ਹੈ ਜਿਹੜਾ ਸਾਡਾ ਸਾਥ ਦਿੰਦਾ ਹੈ, ਜਿਹੜਾ ਸਾਡੇ ਨਾਲ ਰਹਿੰਦਾ ਹੈ। ਜਿੱਥੇ ਕੋਈ ਨਾਲ ਨਹੀਂ ਰਹਿੰਦਾ ਉੱਥੇ ਪਰਮਾਤਮਾ ਨਾਲ ਰਹਿੰਦਾ, ਉਹਨੂੰ ਸੋਏ ਕਹਿੰਦੇ ਆ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਉਹ ਸੋਈ, ਉਹਦਾ ਨਾਮ ਜਪ, ਸਿਮਰ ਉਹਨੂੰ। ਜਦੋਂ ਸਮਾਂ ਮਿਲੇ 5 ਮਿੰਟ 10 ਮਿੰਟ ਘੰਟਾ 2 ਘੰਟੇ, ਜਦੋਂ ਵੀ ਸਮਾਂ ਮਿਲ ਜੇ ਉਹਨੂੰ ਸਿਮਰਿਆ ਕਰ, ਜਪਿਆ ਕਰੋ ਉਹਦਾ ਨਾਮ। ਉਹਦਾ ਨਾਮ ਜਿੰਨਾ ਜਪਾਂਗੇ ਸਾਨੂੰ ਹੀ ਫਾਇਦਾ ਹੈ, ਸਾਨੂੰ ਹੀ ਲਾਹਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਸੋਈ ਪਰਮਾਤਮਾ ਨੂੰ ਸਿਮਰ ਲੈ। ਵੇਦ ਸਿਮਰਤ ਕਥੈ ਸਾਸਤ, ਭਗਤ ਕਰਹਿ ਵਿਚਾਰ। ਅੱਗੇ ਸਤਿਗੁਰੂ ਜੀ ਕਹਿੰਦੇ ਵੇਦ ਸਿਮਰਤ ਕਥੈ ਸਾਸਤ, ਭਗਤ ਕਰੈ ਵਿਚਾਰ। ਵੇਦ ਪੁਕਾਰ ਪੁਕਾਰ ਕੇ ਕਹਿੰਦੇ, ਸਿਮਰਤੀਆਂ ਆਵਾਜ਼ਾਂ ਮਾਰ ਮਾਰ ਕੇ ਕਹਿੰਦੀਆਂ, ਸ਼ਾਸਤਰ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਆ
ਕਿ ਪਰਮਾਤਮਾ ਦਾ ਨਾਮ ਜਪ ਲੈ। ਧਰਮ ਕੋਈ ਮਾੜਾ ਨਹੀਂ ਹੁੰਦਾ, ਵੇਦ ਸਿਮਰਤੀਆਂ ਮਾੜੀਆਂ ਨਹੀਂ, ਉਹ ਹਰ ਚੀਜ਼ ਚੰਗੀ ਜਿਹੜੀ ਪਰਮਾਤਮਾ ਨਾਲ ਜੋੜਦੀ ਹੈ। ਭਾਵੇਂ ਉਹ ਕੋਈ ਕਿਸੇ ਨੇ ਕਿਤਾਬ ਹੀ ਲਿਖੀ ਹੈ, ਦੋ ਬੋਲ ਹੀ ਲਿਖੇ ਆ ਜਿਹੜੇ ਪਰਮਾਤਮਾ ਨਾਲ ਜੋੜਦੇ, ਉਹ ਚੰਗੇ ਆ, ਪਰ ਚੰਗਾ ਉਹ ਨਹੀਂ ਜਿਹੜਾ ਪੜ੍ਹ ਕੇ ਵਿਚਾਰਦਾ ਨਹੀਂ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਹਾਲਾਂਕਿ ਦੁਨੀਆ ਇਹਨਾਂ ਨੂੰ ਮਾੜਾ ਕਹਿਣ ਤੇ ਲੱਗੀ ਹੋਈ ਹੈ, ਨਹੀਂ, ਸਤਿਗੁਰੂ ਜੀ ਕਹਿੰਦੇ ਆ ਵੇਦ ਕਤੇਬਾਂ ਨੂੰ ਮਾੜਾ ਨਾ ਕਹੋ, ਉਹ ਚੰਗੇ ਆ। ਵੇਦ ਕਤੇਬ ਕਹੋ ਮਤ ਝੂਠੇ, ਇਹਨਾਂ ਨੂੰ ਝੂਠਾ ਨਾ ਕਹੋ। ਝੂਠਾ ਜੋ ਨਾ ਵਿਚਾਰੈ, ਝੂਠਾ ਤਾਂ ਉਹ ਆ ਜਿਹੜਾ ਪੜ੍ਹ ਕੇ ਵਿਚਾਰਦਾ ਨਹੀਂ, ਉਹਨਾਂ ਬਚਨਾਂ ਤੇ ਪਹਿਰਾ ਨਹੀਂ ਦਿੰਦਾ, ਉਧਰਲੇ ਪਾਸੇ ਆਪਣੇ ਜੀਵਨ ਨੂੰ ਲਿਜਾਂਦਾ ਨਹੀਂ। ਪੜ੍ਹੀ ਵੀ ਜਾਂਦਾ ਹੈ ਪਰ ਉਹਦੇ ਤੇ ਅਸਰ ਨਹੀਂ, ਪੜ੍ਹੀ ਵੀ ਜਾਂਦਾ ਹੈ। ਹੁਣ ਨਸ਼ਾ ਕਰਦੇ, ਉਹਦੇ ਤੇ ਲਿਖਿਆ ਵੀ ਹੈ ਵੀ ਸਿਹਤ ਲਈ ਹਾਨੀਕਾਰਕ ਹੈ, ਪਰ ਅਸਰ ਨਹੀਂ। ਫਿਰ ਉਹ ਜਦੋਂ ਕਰ ਲੈਂਦੇ ਆ, ਫਿਰ ਉਹ ਤੰਗ ਹੁੰਦੇ, ਦੁਖੀ ਹੁੰਦੇ, ਜਦੋਂ ਕੋਈ ਬਿਮਾਰੀ ਲੱਗ ਜਾਂਦੀ। ਫਿਰ ਉਹ ਪੜ੍ਹਿਆ ਤਾਂ ਜ਼ਰੂਰ, ਬਣਾਉਣ ਵਾਲੇ ਨੇ ਲਿਖ ਕੇ ਆਪਣਾ ਖਹਿੜਾ ਛਡਾ ਲਿਆ ਵੀ ਅਸੀਂ ਤਾਂ ਉੱਤੇ ਲਿਖ ਦਿੱਤਾ, ਅਗਲੇ ਦੀ ਮਰਜ਼ੀ, ਪੜ੍ਹੇ ਫਿਰ ਨਾ ਖਾਵੇ, ਪਰ ਗਲਤੀ ਉਹਦੀ ਆ, ਪੜ੍ਹ ਕੇ ਵੀ ਵਿਚਾਰਦਾ ਨਹੀਂ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਵੇਦ ਸਿਮਰਤ ਸ਼ਾਸਤਰ ਸਾਰਿਆਂ ਨੂੰ ਪੜ੍ਹ ਕੇ ਬੰਦਾ ਵਿਚਾਰਦਾ ਨਹੀਂ, ਫਿਰ ਉਹ ਝੂਠੇ, ਉਹ ਨਹੀਂ, ਬੰਦਾ ਝੂਠਾ ਹੈ। ਉਹਨਾਂ ਨੇ ਤਾਂ ਆਪਣਾ ਕੰਮ ਕਰ ਦਿੱਤਾ, ਆਵਾਜ਼ ਮਾਰ ਕੇ ਤੈਨੂੰ ਕਹਿ ਦਿੱਤਾ। ਸਤਿਗੁਰੂ ਦੀ ਆਵਾਜ਼ ਆ ਰਹੀ ਹੈ ਬਾਣੀ ਦੀ, ਵੇਦ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ। ਸਤਿਗੁਰੂ ਜੀ ਕਹਿੰਦੇ ਵੇਦ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ, ਸਿਮਰਤੀਆਂ ਪੁਕਾਰ ਪੁਕਾਰ ਕੇ ਕਹਿ ਰਹੀਆਂ, ਸ਼ਾਸਤਰ ਕਹਿ ਰਹੇ ਆ, ਭਗਤ ਪਰਮਾਤਮਾ ਦੇ ਵਿਚਾਰ ਕਰ ਰਹੇ ਆ। ਸਤਿਗੁਰੂ ਜੀ ਕਹਿੰਦੇ ਅੱਗੇ ਉਚਾਰਨ ਕਰਦੇ ਹਨ, ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ। ਵੇਦ ਵੀ ਕਹਿੰਦਾ ਵੀ ਸਾਧ ਸੰਗਤ ਕਰ, ਸਿਮਰਤੀਆਂ ਵੀ ਕਹਿੰਦੀਆਂ ਵੀ ਗੁਰੂ ਦਾ ਨਾਮ ਜਪ, ਸਿਮਰ ਉਸ ਪਰਮਾਤਮਾ ਨੂੰ। ਸ਼ਾਸਤਰ ਵੀ ਕਹਿੰਦੇ ਆ ਵੀ ਇੱਕ ਪਰਮਾਤਮਾ ਦਾ ਨਾਮ ਜਪ। ਭਗਤ ਵੀ ਵਿਚਾਰ ਕਰਦੇ ਆ ਵੀ ਪਰਮਾਤਮਾ ਦਾ ਨਾਮ ਜਪ ਕਿਉਂ, ਮੁਕਤ ਮਿਲ ਜਾਣੀ ਤੈਨੂੰ। ਮੁਕਤ ਪਾਈ ਹੈ ਸਾਧ ਸੰਗਤ, ਸਾਧ ਸੰਗਤ ਵਿੱਚ ਆ ਕੇ ਮੁਕਤੀ ਦੀ ਦਾਤ ਪ੍ਰਾਪਤ ਹੋਣੀ ਹੈ। ਬਿਨ ਸਜਾਏ ਅੰਧਾਰ, ਜਿਹੜੀ ਤੇਰੀ ਜ਼ਿੰਦਗੀ ਵਿੱਚ ਹਨੇਰਾ ਛਾਇਆ ਹੋਇਆ ਹੈ, ਅੱਖਾਂ ਤੇ ਹਨੇਰ ਛਾਇਆ ਹੋਇਆ, ਉਹ ਬਿਨ ਸਜਾਣਾ ਖਤਮ ਹੋ ਜਾਣਾ ਹੈ। ਅੱਗੇ ਕਹਿੰਦੇ ਹਨ, ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਆਧਾਰ ਦਾ ਅਰਥ ਆਸਰਾ। ਸਤਿਗੁਰੂ ਜੀ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆ ਕਰ। ਚਰਨ ਕਮਲ ਆਧਾਰ ਜਨ ਕਾ, ਕਿਉਂਕਿ ਉਹਦੇ ਪਿਆਰਿਆਂ ਨੂੰ ਉਹਦੇ ਚਰਨਾਂ ਦਾ ਹੀ ਓਟ ਆਸਰਾ ਹੁੰਦਾ ਹੈ। ਰਾਸ ਪੂੰਜੀ ਏਕ, ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਲਿਆ ਕਰ। ਕੇਵਲ ਉਹਦੇ ਚਰਨਾਂ ਤੇ ਭਰੋਸਾ ਰੱਖਿਆ ਕਰ। ਸਾਡੇ ਭਰੋਸੇ ਤਾਂ 10-12 ਹੁੰਦੇ ਆ, 20-25 ਹੁੰਦੇ ਆ, ਸਾਥ ਕੋਈ ਨਹੀਂ ਦਿੰਦਾ। ਜਦੋਂ ਲੋੜ ਪੈ ਜਾਂਦੀ ਆਉਂਦਾ ਕੋਈ ਨਹੀਂ, ਕਿਉਂਕਿ ਉਹ ਸਮਝਦੇ ਵੀ ਇੱਕ ਤੇ ਤਾਂ ਭਰੋਸਾ ਨਹੀਂ ਇਹਨੂੰ। ਦੋ ਬੇੜੀਆਂ ਵਿੱਚ ਸਵਾਰ ਹੋਣ ਵਾਲਾ ਕਦੇ ਪਾਰ ਨਹੀਂ ਲੰਘਦਾ। ਤੇ ਪਿੰਡ ਵਿੱਚ ਪ੍ਰਾਹੁਣਾ ਆ ਜਾਵੇ, ਬਹੁਤੇ ਘਰਾਂ ਦਾ ਪ੍ਰਾਹੁਣਾ ਹੋਵੇ, ਉਹ ਭੁੱਖਾ ਰਹਿ ਜਾਂਦਾ ਹੈ। ਸਤਿਗੁਰੂ ਜੀ ਬਾਣੀ ਅੰਦਰ ਕਹਿੰਦੇ ਆ, ਬਹੁਤੀ ਘਰੀ ਪ੍ਰਾਹੁਣਾ ਰਹਿੰਦਾ ਭੁੱਖਾ। ਜੇ ਉਹ ਪ੍ਰਾਹੁਣਾ ਰੱਜ ਕੇ ਨਹੀਂ ਖਾ ਸਕਦਾ, ਤੇ ਬੰਦਿਆ ਤੂੰ ਬਹੁਤਿਆਂ ਦਰਾਂ ਦਾ ਪ੍ਰਾਹੁਣਾ ਹੋ ਕੇ ਕਿਵੇਂ ਤੂੰ ਆਪਣੀਆਂ ਝੋਲੀਆਂ ਭਰਾ ਸਕਦਾ ਹੈ, ਕਿਵੇਂ ਤੂੰ ਲਾਹਾ ਲੈ ਸਕਦਾ। ਇੱਕ ਤੇ ਭਰੋਸਾ ਕਰ ਪਰਮਾਤਮਾ ਪਰਮੇਸ਼ਰ ਤੇ, ਉਹਨੇ ਤੈਨੂੰ ਪਾਰ ਲੰਘਾ ਦੇਣਾ ਹੈ। ਸਾਡੇ ਭਰੋਸੇ ਤਾਂ 20-25 ਹੁੰਦੇ ਆ, ਤੇ ਫਿਰ ਕਹਿੰਦੇ ਜੀ ਰੱਬ ਨੇ ਸਾਡੀ ਅਰਦਾਸ ਨਹੀਂ ਸੁਣੀ। ਅਰਦਾਸ ਕੀ ਸੁਣੇ, ਤੈਨੂੰ ਭਰੋਸਾ ਹੀ ਨਹੀਂ। ਜਿਹਦੇ ਮੂਹਰੇ ਅਰਦਾਸ ਕਰ ਰਹੇ ਆ ਉਹ ਤੈਨੂੰ ਪਤਾ ਹੀ ਨਹੀਂ ਵੀ ਕਿੱਡਾ ਕੁ ਵੱਡਾ ਮਾਲਕ ਹੈ, ਕਿੰਨੀ ਕਿਰਪਾ ਕਰਨ ਵਾਲਾ ਹੈ, ਕਿੰਨੀ ਰਹਿਮਤ ਕਰਨ ਵਾਲਾ ਹੈ। ਤੈਨੂੰ ਭਰੋਸਾ ਹੀ ਨਹੀਂ ਵੱਜਿਆ ਜੇ ਕਿਰਪਾ ਉਹਨੇ ਕੀ ਕਰਨੀ ਹੈ। ਜਦੋਂ ਭਰੋਸਾ ਵੱਜ ਜਾਂਦਾ ਉਦੋਂ ਕਿਰਪਾ ਕਰਨ ਲੱਗਿਆ ਪਰਮਾਤਮਾ ਸਮਾਂ ਨਹੀਂ ਲਾਉਂਦਾ, ਉਹਨੂੰ ਕਿਰਪਾ ਕਰਨੀ ਪੈਂਦੀ ਹੈ। ਉਹ ਸ਼ਰਧਾ ਵੇਖ ਲੈਂਦਾ ਹੈ। ਸ਼ਰਧਾ ਹੋਵੇ 100% ਤੋਂ ਉੱਪਰ ਸ਼ਰਧਾ ਹੋਵੇ ਤੇ ਕਰਮਾਂ ਵਿੱਚ ਵੀ ਨਾ ਹੋਵੇ ਤਾਂ ਵੀ ਮਿਲ ਜਾਂਦਾ ਹੈ। ਪਰ ਜੇ ਸ਼ਰਧਾ ਅਧੂਰੀ ਹੈ ਫਿਰ ਕਰਮਾਂ ਵਿੱਚ ਹੋਇਆ ਵੀ ਬਦਲ ਜਾਂਦਾ ਹੈ, ਕਿਉਂਕਿ ਸ਼ਰਧਾ ਹੀ ਨਹੀਂ ਤੈਨੂੰ ਪਰਮਾਤਮਾ ਦੇ ਚਰਨਾਂ ਤੇ, ਜਿਹਨੇ ਦੇਣਾ ਉਹਦੇ ਤੇ ਭਰੋਸਾ ਨਹੀਂ। ਇਸ ਕਰਕੇ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ, ਉਹਦੇ ਤੇ ਭਰੋਸਾ ਕਰ, ਚਰਨਾਂ ਤੇ ਭਰੋਸਾ ਰੱਖਿਆ ਕਰ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਉਸ ਪਰਮਾਤਮਾ ਤੇ ਤਾਣ ਰੱਖਿਆ ਕਰ, ਉਹਦੇ ਤੇ ਮਾਣ ਕਰਿਆ ਕਰ, ਸਦਾ ਹੀ ਉਹਦੇ ਚਰਨਾਂ ਦਾ ਓਟ ਆਸਰਾ ਲਿਆ ਕਰ, ਕਿਉਂਕਿ ਉਹ ਸੱਚਾ ਪਰਮੇਸ਼ਰ ਹੀ ਕਿਰਪਾ ਕਰਨ ਵਾਲਾ। ਜੇ ਉਹ ਜਾਨਵਰਾਂ ਦੀ ਸੁਣ ਸਕਦਾ ਤੇ ਤੇਰੀ ਵੀ ਸੁਣ ਸਕਦਾ। ਜਿਵੇਂ ਆਪਾਂ ਸ਼ੁਰੂ ਵਿੱਚ ਵਿਚਾਰ ਕੀਤੀ ਸੀ, ਜੇ ਬਬੀਹੇ ਦੀ ਪੁਕਾਰ ਸੁਣ ਸਕਦਾ ਹੈ, ਤੇਰੀ ਵੀ ਸੁਣ ਸਕਦਾ ਹੈ। ਕਿਉਂ ਨਹੀਂ ਸੁਣਦਾ, ਉਹ ਸਭ ਦੀ ਸੁਣਦਾ ਹੈ। ਆਵਾਜ਼ ਉਹਨੂੰ ਵੱਜਦੀ ਤਾਂ ਜੇ ਉਹ ਚਾਹੁੰਦਾ ਹੈ ਤਾਂ।
ਅਰਦਾਸ ਹੁੰਦੀ ਤਾਂ ਜੇ ਉਹ ਪਰਮਾਤਮਾ ਵੱਲ ਰਾਖੀ ਮੇਰੀ। ਸਭ ਨੂੰ ਵੱਡਾ ਹੈ ਸਤਿਗੁਰੂ ਦਾ ਦਰ, ਜੇ ਇਸ ਦਰ ਤੋਂ ਕੋਈ ਖਾਲੀ ਰਹਿ ਗਿਆ ਝੋਲੀ ਕਿਤੋਂ ਨਹੀਂ ਭਰਦੀ। ਜੇ ਕਿਸੇ ਨੂੰ ਗੁਰੂ ਨਾਨਕ ਦੇ ਦਰ ਤੋਂ ਕੁਝ ਨਹੀਂ ਮਿਲਿਆ ਨਾ, ਤੇ ਮਿਲਦਾ ਕਿਤੋਂ ਵੀ ਕੁਝ ਨਹੀਂ, ਕਿਉਂਕਿ ਐਡਾ ਦਰ ਹੈ ਜਿੱਥੇ ਆ ਕੇ ਖਾਲੀ ਝੋਲੀਆਂ ਭਰ ਜਾਂਦੀਆਂ, ਮਾੜੇ ਲੇਖ ਸਿੱਧੇ ਹੋ ਜਾਂਦੇ ਆ, ਕਰਮਾਂ ਵਿੱਚ ਵੀ ਨਹੀਂ ਤਾਂ ਵੀ ਮਿਲ ਜਾਂਦਾ, ਐਸਾ ਦਰ ਹੈ। ਤੇ ਜੇ ਇੱਥੋਂ ਕੋਈ ਖਾਲੀ ਰਹਿ ਗਿਆ ਤੇ ਫਿਰ ਭਰਨ ਵਾਲਾ ਕੋਈ ਨਹੀਂ ਸੰਸਾਰ ਤੇ। ਜੇ ਇੱਥੋਂ ਸਾਡੀ ਝੋਲੀ ਖਾਲੀ ਰਹਿ ਗਈ ਫਿਰ ਸੰਸਾਰ ਵਿੱਚ ਕੋਈ ਨਹੀਂ ਭਰ ਸਕਦਾ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦਾ ਦਰ ਐਸਾ ਹੈ, ਸਭ ਤੋਂ ਵੱਡਾ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੇ ਚਰਨਾਂ ਤੇ ਭਰੋਸਾ ਰੱਖਿਆ ਕਰ। ਜਿਹਦਾ ਨਾਮ ਜਪਦਾ ਤੈਨੂੰ ਪਤਾ ਹੋਵੇ ਵੀ ਉਹ ਪੂਰਾ ਮਾਲਕ ਮੇਰੀ ਅਰਦਾਸ ਸੁਣ ਰਿਹਾ ਹੈ, ਮੇਰੇ ਸਿਮਰਨ ਨੂੰ ਦੇਖ ਰਿਹਾ, ਮੇਰੀ ਬੰਦਗੀ ਨੂੰ, ਮੇਰੀ ਸੇਵਾ ਨੂੰ ਦੇਖ ਰਿਹਾ ਹੈ। ਜਦੋਂ ਇਹ ਗੱਲ ਆ ਗਈ ਨਾ ਅੰਦਰ ਵੀ ਮੇਰਾ ਪਰਮਾਤਮਾ ਵਾਹਿਗੁਰੂ ਮੈਨੂੰ ਹਰ ਥਾਂ ਤੇ ਦੇਖ ਰਿਹਾ, ਫਿਰ ਉਹਨੇ ਕਿਰਪਾ ਕਰ ਦੇਣੀ, ਹਰ ਪੁਕਾਰ ਤੇਰੀ, ਹਰ ਅਰਦਾਸ ਸੁਣ ਲੈਣੀ ਹੈ। ਮਨ ਦੇ ਫੁਰਨੇ ਵੀ ਤੇਰੇ ਪੂਰੇ ਕਰ ਦੇਣੇ ਆ, ਕਹਿਣ ਦੀ ਵੀ ਲੋੜ ਨਹੀਂ ਪੈਣੀ, ਕਿਉਂਕਿ ਉਹ ਪਰਮਾਤਮਾ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸੇ ਆਗਿਆ ਕੀਚੇ ਅਰਦਾਸ। ਉਹ ਪਰਮਾਤਮਾ ਬਿਨਾਂ ਬੋਲੇ ਤੋਂ ਹੀ ਤੇਰੀਆਂ ਭਾਵਨਾ ਸਮਝਦਾ, ਕਿਉਂਕਿ ਉਹ ਵੀ ਅੰਦਰ ਹੀ ਬੈਠਾ ਹੈ। ਜਿੱਥੇ ਤੇਰੇ ਫੁਰਨੇ ਉੱਥੇ ਪਰਮਾਤਮਾ ਬੈਠਾ ਹੈ। ਉਹ ਸੁਣਨ ਲੱਗਿਆ ਸਮਾਂ ਨਹੀਂ ਲਾਉਂਦਾ, ਉਹ ਕਿਰਪਾ ਕਰਨ ਲੱਗਿਆ ਸਮਾਂ ਨਹੀਂ ਲਾਉਂਦਾ। ਕਿਸੇ ਦਾ ਭਰੋਸਾ ਵਿਸ਼ਵਾਸ ਵੱਜ ਜਾਵੇ ਫਿਰ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਜੀ। ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁੱਖ ਵਾਕ। ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ। ਗਲਤੀਆਂ ਭੁੱਲਾਂ ਦੀ ਖਿਮਾ, ਆਸੀਸ ਦੇਣੀ ਦੇਹੋ ਸੱਜਣ ਆਸੀਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ